बोलो मेरे गुर सिख हर बोलो मेरे सतगुर भगतूरी जिना मुख लाई तिन कूड़त आगे हर लिव लाई ते हर दरगह मुख उजल पाई ते हर दरगह मुख उजल पाई गुर सिख हर बोलो मेरे गुर सिख हर बोलो मेरे बोलत सब पाप लह जाई हर बोलत सब पाप लह जाई गुर सिख हर बोलो मेरे गुर सिख हर बोलो मेरे गुर सेवा आप हर पावे गुरु सेवा आप हर पावे गुरु सेवा गुरु सेवा आप हर पावे आप हर पावे आप हर पावे गुरु सेवा आप हर पावे वाहिगुरु जी का खालसा वाहिगुरु जी की फतेह। वीर जी मेरी आवाज क्लियर आ रही है जी? हाँ जी जी आ रही है। ठीक है जी, थैंक यू। सो सारी संगत का अज के विचार दे विच बहुत-बहुत स्वागत है जी। अकाल पुरख की बड़ी बख्शिश है कि उन्होंने सानू ये अज का समा दोबारा बख्शिया है ताजो असीं सारे जुड़ सकीए ते उस परमात्मा नू याद कर सकीए, उसकी वडियाई कर सकीए ते उसके गुणां दी विचार कर सकीए। सो आओ संगत जी, सो असीं अज दे विचार दी आरंभता करते हैं जी। आज जाप ते सलोक दी सेवा निभाणगे जी हरमीत कौर जी दिल्ली तो। सो वीर जी प्लीज उन्होंने सपोर्ट कर दियो जी ते आंटी जी नू बेनती है कि संगत नू पहला जाप सरवण करवा देन जी। वाहिगुरु जी का खालसा वाहिगुरु जी की फतेह। आवाज आ रही है गुरु प्यारियो? हाँ जी आंटी जी आ रही है जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता
ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਹਰਮੀਤ ਆਂਟੀ ਦਾ ਧੰਨਵਾਦ ਹੈ ਜੀ, ਉਹਨਾਂ ਨੇ ਇੰਨੀ ਸੋਹਣੀ ਤਰ੍ਹਾਂ, ਇੰਨੀ ਮਿੱਠੀ ਆਵਾਜ਼ ਦੇ ਵਿੱਚ, ਇੰਨੇ ਵਧੀਆ ਤਰ੍ਹਾਂ ਨਾਲ, ਇੰਨੇ ਨਿਮਰਤਾ ਨਾਲ ਸਾਰੀ ਸੰਗਤ ਨੂੰ ਅੱਜ ਜਾਪ ਨਾਲ ਜੋੜਿਆ ਜੀ। ਸੋ ਹੁਣ ਮੈਂ ਬੇਨਤੀ ਕਰਦੀ ਹਾਂ ਜੀ ਕਿ ਆਂਟੀ ਜੀ ਅੱਜ ਦੇ ਸਲੋਕ ਜਿਹੜੀ ਪੜ੍ਹਨ ਦੀ ਸੇਵਾ ਹੈ ਜੀ ਉਹ ਵੀ ਨਿਭਾ ਦਿਓ ਜੀ ਪਲੀਜ਼। ਪਲੀਜ਼ ਜੀ ਸਕਰੀਨ ਸ਼ੇਅਰ ਵੀ ਕਰ ਦਿਓ ਜੀ। ਵਾਹਿਗੁਰੂ ਸਾਹਿਬ ਜੀਓ। ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, तेरा तुझको सौंपते क्या लागे मेरा। कबीर मेरा मुझ में है किछ नहीं,
जो किछ है सो तेरा, तेरा तुझको सौंपते क्या लागे मेरा। क्या लागे मेरा भाव मेरा कुछ भी खर्च नहीं हुंदा। हे कबीर, इस दोए ਨੂੰ ਮਿਟਾਉਣ ਲਈ ਨਾ ਹੱਜ, ਨਾ ਕੁਰਬਾਨੀਆਂ, ਨਾ ਠਾਕੁਰ ਪੂਜਾ, ਨਾ ਬ੍ਰਾਹਮਣ ਦੀ ਸੇਵਾ, ਨਾ ਤਿਆਗ ਤੇ ਨਾ ਯੋਗ ਸਾਧਨ, ਇਹ ਕੋਈ ਵੀ ਸਹਾਇਤਾ ਨਹੀਂ ਕਰਦੇ। ਸਿਰਫ ਇੱਕੋ ਹੀ ਤਰੀਕਾ ਹੈ, ਉਹ ਇਹ ਕਿ ਆਪਣਾ ਆਪ ਪ੍ਰਭੂ ਦੇ ਹਵਾਲੇ ਕੀਤਾ ਜਾਏ। ਇਸੇ ਦਾ ਨਾਮ ਦਿਲ ਸਾਬਤ ਹੈ। ਸੋ ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖ, हे ਪ੍ਰਭੂ, ਜੋ ਕੁਝ ਮੇਰੇ ਪਾਸ ਹੈ, ਇਹ ਤਨ ਮਨ ਧਨ, ਇਸ ਵਿੱਚ ਕੋਈ ਚੀਜ਼ ਐਸੀ ਨਹੀਂ ਜਿਸਨੂੰ ਮੈਂ ਆਪਣੀ ਆਖ ਸਕਾਂ। ਜੋ ਕੁਝ ਮੇਰੇ ਕੋਲ ਹੈ ਸਭ ਤੇਰਾ ਹੀ ਦਿੱਤਾ ਹੋਇਆ ਹੈ। ਜੇ ਤੇਰੀ ਮਿਹਰ ਹੋਵੇ ਤਾਂ ਤੇਰਾ ਬਖਸ਼ਿਆ ਹੋਇਆ ਇਹ ਤਨ ਮਨ ਧਨ ਮੈਂ ਤੇਰੀ ਭੇਟ ਕਰਦਾ ਹਾਂ। ਇਸ ਵਿੱਚ ਮੇਰੇ ਪੱਲਿਓਂ ਕੁਝ ਵੀ ਖਰਚ ਨਹੀਂ ਹੁੰਦਾ। ਵਾਹ ਜੀ। ਸੋ ਹੁਣ ਮੈਂ ਆਂਟੀ ਨੂੰ ਬੇਨਤੀ ਕਰਦੀ ਹਾਂ ਜੀ ਕਿ ਆਂਟੀ ਤੁਸੀਂ ਆਪਣੇ ਵਿਚਾਰ ਇਸ ਸ਼ਲੋਕ ਦੇ ਉੱਪਰ ਥਾਏ ਜ਼ਰੂਰ ਸਾਰੀ ਸੰਗਤ ਨਾਲ ਸਾਂਝੇ ਕਰੋ ਜੀ। ਵਾਹਿਗੁਰੂ ਜੀ, ਆਪਣੇ ਵਿਚਾਰ ਦੇਣ ਜੋਗੀ ਮੈਂ ਕਿੱਥੇ ਜਿਓ। ਭਾਈ ਸਾਹਿਬ ਭਾਈ ਡਾਕਟਰ ਭਾਈ ਵੀਰ ਸਿੰਘ ਜੀ ਨੂੰ ਰੈਫਰ ਕਰਨਾ ਚਾਹੁੰਦੀ ਹਾਂ ਤੇ ਸਾਧ ਸੰਗਤ ਜੀ ਨਾਲ ਸ਼ੇਅਰ ਕਰਾਂ ਉਹਨਾਂ ਦੇ ਵਿਚਾਰ। ਭਾਈ ਸਾਹਿਬ ਦੱਸਦੇ ਹਨ ਕਿ ਪਿਛਲੇ 2 ਸ਼ਲੋਕਾਂ ਵਿੱਚ ਕਬੀਰ ਜੀ ਨੇ ਜੋ ਸਾਚੇ ਦੀ ਬਾਣ ਦੀ ਔਰ ਬਰੀ ਅਵਧ ਦੀ, ਦੋਏ ਤੂੰ ਬਰੀ ਅਬਦ, ਦੋਏ ਦੀ ਗੱਲ ਕੀਤੀ, ਦ્વੈਤ ਦੀ ਗੱਲ ਕੀਤੀ, ਖਟ ਦਰਸ਼ਨ ਦੀ ਗੱਲ ਕੀਤੀ। ਉਹਦੇ ਵਿੱਚ ਭਾਈ ਸਾਹਿਬ ਕਹਿੰਦੇ ਹਨ ਕਿ ਇਨ੍ਹਾਂ ਦ્વੈਤ ਤੋਂ ਛੁੱਟਣ ਵਾਸਤੇ ਹੀ ਕਬੀਰ ਜੀ ਹੁਣ ਇਸ ਸ਼ਲੋਕ ਵਿੱਚ ਸੁਗਮ ਉਪਾਅ ਬਿਆਨ ਕਰਦੇ ਹਨ ਕਿ ਦ્વੈਤ ਤੋਂ ਕਿੱਦਾਂ ਛੁੱਟਿਆ ਜਾਵੇ। ਦ્વੈਤ ਸੰਗਤ ਨੇ ਕੱਲ ਵਿਚਾਰਿਆ ਸੀ ਉਹ ਜੀ, ਦ્વੈਤ ਹੈਗਾ ਆਸਾ ਤੇ ਤ੍ਰਿਸ਼ਨਾ ਦਾ। ਇਹਨਾਂ ਤੋਂ ਕੋਈ ਨਹੀਂ ਛੁੱਟ ਸਕਦਾ। ਤੇ ਛੁੱਟਣ ਦਾ ਤਰੀਕਾ ਫਿਰ ਭਗਤ ਕਬੀਰ ਜੀ ਕਿਰਪਾ ਕਰਕੇ ਦੱਸਦੇ ਹਨ ਕਿ ਕਬੀਰ, ਮੇਰੇ ਵਿੱਚ ਕੁਝ ਨਹੀਂ ਹੈ, ਮੇਰੇ ਵਿੱਚ ਕੁਝ ਨਹੀਂ ਹੈ, ਜੋ ਕੁਝ ਹੈ ਸੋ ਤੇਰਾ ਹੀ ਹੈ। ਤੇ ਤੇਰਾ ਤੈਨੂੰ ਸੌਂਪਦਿਆਂ ਮੇਰਾ ਕੀ ਲੱਗਦਾ ਹੈ? ਮੇਰਾ ਕੁਝ ਨਹੀਂ। ਇਹ ਜੋ ਦ્વੈਤ ਹੈ ਉਸਨੂੰ ਖਤਮ ਕਰਨ ਦਾ, ਉਸਨੂੰ ਬੱਧ ਕਰਨ ਦਾ ਇੱਕ ਢੰਗ ਹੈ ਕਿ ਜੀਵ ਇਹ ਬੁੱਧੀ ਕਰ ਲਵੇ ਕਿ ਮੇਰਾ ਕੁਝ ਨਹੀਂ, ਜੋ ਕੁਝ ਹੈ ਕਰਤਾਰ ਦਾ ਹੈ, ਸਭ ਦਾ ਮਾਲਕ ਉਹ ਹੈ। ਮੇਰਾ ਜੋ ਕੁਝ ਵੀ ਮੇਰੇ ਕੋਲ ਹੈ, ਇਸਦਾ ਇਉਂ ਵੀ ਕਥਨ ਕਰ ਸਕਦੇ ਹਾਂ ਕਿ ਤਨ ਧਨ ਪੁੱਤਰ ਇਸਤਰੀ ਸਭ ਆਪ ਦੀ ਦਾਤ ਹੈ। हे ਪਰਿਪੂਰਨ ਪਰਮਾਤਮਾ, ਆਪ ਦੀ ਦਾਤ ਆਪ ਨੂੰ ਸਪੁਰਦ ਕਰਨ ਵਿਖੇ ਮੇਰੀ ਕੀ ਹਿੰਗ ਫਟਕਰੀ ਲੱਗ ਚੱਲੀ ਹੈ। ਬਾਗ ਦੇ ਮਾਲਕ ਲਈ ਜੇਕਰ ਮਾਲੀ ਫੁੱਲਾਂ ਦੀ ਜਾਂ ਭਾਜੀ ਦੀ ਡਾਲੀ ਦੇਵੇ ਤਾਂ ਉਸਦਾ ਕੀ ਖਰਚ ਹੁੰਦਾ ਹੈ। ਕਛੂ ਸਿਆਣਪ ਉਕਤ ਨਾ ਮੋਰੀ, ਏਕ ਆਸ ਠਾਕੁਰ ਪ੍ਰਭ ਤੋਰੀ। ਨਾਲ ਹੀ ਗੁਰੂ ਮਹਾਰਾਜ ਦਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਫਰਮਾਨ ਹੈ, 10 ਵਸਤੂ ਲੈ ਪਾਛੇ ਪਾਵੈ, ਏਕ ਵਸਤ ਕਾਰਨ
बिखोट गवावे। एक भी ना दे 10 भी हिर ले, तो मूड़ा कहो कहाँ करे। अर्थात जद कोई मालक 10 चीज़ां विचों एक मंगे और मेरे वर्गा मूर्ख ना देवे, ते जरा सोच के ध्यान करो, जेकर मालक 10 भी खोलवे तद है मूर्ख तू की कर लेगा। अजिहा ही एक मन जो अगर असी रब पासे ना लाइए, एक मन रब पासे ना लाउन नाल जेकर प्रभु 10 इंद्रियां ही खोलवे, एक मन रब पासे ना लाउन नाल जेकर 10 इंद्रियां ही खोले, तद सोच फिर तेरा की हो। ਤਾਂ ਤੇ ਸਭ ਕੁਝ ਮਾਲਕ ਨੂੰ ਸੌਂਪਣਾ ਚਾਹੀਦਾ ਹੈ। ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁਖ ਹੋਏ। ਵਾਹਿਗੁਰੂ ਜੀਓ। वाह जी वाह। तो आंटी जी ने बड़ी ही सोहनी तरह ਸਾਨੂੰ ਸ਼ਲੋਕ ਦਾ ਅਰਥ ਸਮਝਾ ਦਿੱਤਾ ਹੈ ਜੀ ਕਿ ਇਸ ਸ਼ਲੋਕ ਦੇ ਵਿੱਚ ਕਬੀਰ ਜੀ ਸਾਨੂੰ ਕੀ ਕਹਿੰਦੇ ਨੇ। ਸੋ ਸੰਗਤ ਜੀ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਸ ਸ਼ਲੋਕ ਦੇ ਵਿੱਚ ਲਿਖਿਆ ਸੀਗਾ ਕਿ ਜੇ ਅਸੀਂ ਦੋਏ ਨੂੰ ਮਿਟਾਉਣਾ ਹੈ ਤਾਂ ਉਹਦੇ ਲਈ ਕਿ ਜਿਵੇਂ ਇਸ ਤਰ੍ਹਾਂ ਬੜੀ ਵਾਰੀ ਹੁੰਦਾ ਕਿ ਜਿਵੇਂ ਸਾਨੂੰ ਇਹ ਹੁੰਦਾ ਕਿ ਅਸੀਂ ਹੱਜ ਕਰ ਲਈਏ, ਜੇ ਅਸੀਂ ਜੋਗੀ ਬਣ ਜਾਈਏ, ਸਾਧਨਾ ਕਰ ਲਈਏ ਤਾਂ ਇਹਦੇ ਨਾਲ ਪਰਮਾਤਮਾ ਮਿਲ ਸਕਦਾ ਹੈ। ਬਟ ਅਸਲ ਚੀਜ਼ ਇਹ ਹੈ ਕਿ ਜੇ ਅਸੀਂ ਉਸ ਪਰਮਾਤਮਾ ਨੂੰ ਮਿਲਣਾ ਹੈ ਤਾਂ ਪਹਿਲਾਂ ਸਾਨੂੰ ਆਪਣਾ ਆਪ ਹੀ ਉਸ ਪਰਮਾਤਮਾ ਨੂੰ ਸਮਰਪਿਤ ਕਰਨਾ ਪਏਗਾ। ਸਾਨੂੰ ਆਪਣੇ ਆਪ ਨੂੰ ਉਸ ਪਰਮਾਤਮਾ ਨੂੰ ਸਰੈਂਡਰ ਕਰਨਾ ਪਏਗਾ ਤੇ ਅਸੀਂ ਉਸ ਪਰਮਾਤਮਾ ਅੱਗੇ ਇਹੀ ਅਰਦਾਸ ਕਰੀਏ ਕਿ ਜੋ ਇਹ ਤੂੰ ਮੈਨੂੰ ਤਨ ਦਿੱਤਾ ਹੈ, ਤਨ ਮਨ ਤੇ ਤਨ, ਇਹ ਸਭ ਕੁਝ ਤੇਰੀ ਹੀ ਦਾਤ ਹੈ, ਇਹ ਮੈਨੂੰ ਤੂੰ ਹੀ ਬਖਸ਼ਿਆ ਹੈ। ਤੇ ਕਈ ਵਾਰੀ ਅਸੀਂ ਨਾ ਸਾਨੂੰ ਜਦੋਂ ਦਾਤ ਮਿਲ ਜਾਂਦੀ ਹੈ ਤੇ ਅਸੀਂ ਉਸ ਦਾਤਾਂ ਨੂੰ ਉਹ ਸਾਡੇ ਮਨ ਵਿੱਚੋਂ ਵਿਸਰ ਜਾਂਦਾ ਹੈ। ਤੇ ਅਸੀਂ ਇਸ ਚੀਜ਼ ਦਾ ਵੀ ਧਿਆਨ ਰੱਖਣਾ ਹੈ ਕਿ ਅਸੀਂ ਜੇ ਸਾਨੂੰ ਦਾਤ ਮਿਲ ਗਈ ਹੈ, ਅਸੀਂ ਹਰ ਵੇਲੇ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਕਿ ਜੋ ਇਹ ਤੂੰ ਹੀ ਹੈ ਜੋ ਮੈਨੂੰ ਇਹ ਸਾਰਾ ਕੁਝ ਦੇ ਰਿਹਾ ਹੈ, ਤੇਰੀ ਹੀ ਬਖਸ਼ਿਸ਼ ਹੈ। ਹਾਂਜੀ, ਵਰਿੰਦਰਜੀਤ ਕੌਰ ਆਂਟੀ ਜੀ ਦਾ ਹੈਂਡ ਰੇਜ਼ ਹੋ ਗਿਆ ਜੀ, ਉਹਨਾਂ ਨੂੰ ਲੈ ਲਓ ਜੀ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਆਵਾਜ਼ ਆ ਰਹੀ ਹੈ ਜੀ? ਹਾਂਜੀ, ਆ ਰਹੀ ਹੈ ਜੀ। ਠੀਕ ਹੈ ਜੀ। ਹਾਂਜੀ, ਅੱਜ ਦਾ ਸ਼ਲੋਕ ਹੈ ਜੀ, ਕਬੀਰ मेरा मुझ में किछ नहीं, जो किछ है सो तेरा, तेरा तुझको सौंपते क्या लागे मेरा। ਕਬੀਰ ਜੀ ਇਸ ਵਿੱਚ ਕਹਿੰਦੇ ਹਨ, ਮੇਰੇ ਵਿੱਚ ਕੁਝ ਵੀ ਨਹੀਂ ਹੈ, ਮਨ ਤਨ ਧਨ ਸਭ ਕੁਝ ਤੇਰਾ ਹੀ ਹੈ ਤੇ ਤੇਰਾ ਹੀ ਤੈਨੂੰ ਸੌਂਪਿਆ ਹੈ। ਇਸ ਵਾਹਿਗੁਰੂ ਜੀ। ਆਂਟੀ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ, ਜੇ ਆਂਟੀ ਹੈਗੇ ਨੇ ਮੀਟਿੰਗ ਦੇ ਵਿੱਚ ਜੀ। ਵੀਰ ਜੀ, ਵਰਿੰਦਰ ਜੀ ਦਾ ਆਂਟੀ ਨੂੰ ਇੱਕ ਵਾਰੀ ਦੁਬਾਰਾ ਸਪੋਰਟ ਕਰ ਦਿਓ ਜੀ। ਉਹ ਡਿਸਕਨੈਕਟ ਹੋ ਗਏ ਨੇ ਜੀ। ਅੱਛਾ ਜੀ, ਠੀਕ ਹੈ ਜੀ। ਤਾਂ ਜਦੋਂ ਤੱਕ ਉਹ ਆਉਂਦੇ ਨੇ ਉਦੋਂ ਤੱਕ ਜੇ ਹੋਰ ਕੋਈ ਸੰਗਤ ਦੇ ਵਿੱਚੋਂ ਉਹ ਆਪਣੇ ਵਿਚਾਰ ਸਾਂਝੇ ਕਰਨਾ ਚਾਹਣ ਤਾਂ ਉਹ ਆਪਣਾ ਹੈਂਡ ਰੇਜ਼ ਕਰ ਸਕਦੇ ਨੇ ਜੀ। ਹਾਂਜੀ, ਜੇ ਕੋਈ ਚਾਹੁੰਦਾ ਹੈ ਜੀ ਤਾਂ ਉਹ ਆਪਣਾ ਹੈਂਡ ਰੇਜ਼ ਕਰ ਸਕਦਾ ਹੈ ਜੀ ਤੇ ਉਹ ਆਪਣੇ ਵਿਊਜ਼ ਜ਼ਰੂਰ ਸ਼ੇਅਰ ਕਰਨ ਜੀ ਸਾਰੀ ਸੰਗਤ ਨਾਲ। ਹਾਂਜੀ, ਸੋ ਜਦੋਂ ਤੱਕ ਕੋਈ ਹੈਂਡ ਰੇਜ਼ ਹੁੰਦਾ ਹੈ ਜੀ ਤਾਂ ਉਦੋਂ ਤੱਕ ਅਸੀਂ ਇਸ ਸ਼ਲੋਕ ਤੇ ਥੋੜੀ ਜਿਹੀ ਹੋਰ ਵਿਚਾਰ ਕਰ ਲੈਂਦੇ ਹਾਂ ਕਿ ਇੱਕ ਬੜਾ ਹੀ ਸੋਹਣਾ ਗੁਰਬਾਣੀ ਫਰਮਾਨ ਆਉਂਦਾ ਹੈ ਜੀ, ਮੈਂ ਨਹੀਂ ਕਛ ਹੋ ਨਹੀਂ ਕਿਛ ਆਹ ਨਾ ਮੋਰਾ, ਕਿ ਮੈਂ ਕੁਛ ਵੀ ਨਹੀਂ ਹਾਂ, ਮੇਰਾ ਇੱਥੇ ਕੋਈ ਵੀ ਚੀਜ਼ ਇੱਥੇ ਮੇਰੀ ਨਹੀਂ ਹੈ, ਕਿ ਮੇਰਾ ਆਸਰਾ ਉਹ ਸਿਰਫ ਪਰਮਾਤਮਾ ਹੀ ਹੈ। ਤਾਂ ਸਾਡਾ ਏਦਾਂ ਹੋਣਾ ਚਾਹੀਦਾ ਕਿ ਸਾਡਾ ਆਸਰਾ ਸਿਰਫ ਪਰਮਾਤਮਾ ਹੀ ਹੋਵੇ
ਤੇ ਅਸੀਂ ਉਹ ਕਿ ਹਰ ਵੇਲੇ ਇਹੀ ਅਰਦਾਸ ਕਰੀਏ ਕਿ ਪਰਮਾਤਮਾ ਕਿ ਤੂੰ ਮੈਨੂੰ ਜੋ ਵੀ ਦੇ ਰਿਹਾ ਹੈ ਉਹ ਸਭ ਕੁਝ ਤੇਰੀ ਹੀ ਦਾਤ ਹੈ, ਉਹਦੇ ਵਿੱਚੋਂ ਮੇਰੀ ਕੋਈ ਵੀ ਚੀਜ਼ ਨਹੀਂ ਹੈ, ਉਹ ਸਭ ਕੁਝ ਮੈਨੂੰ ਤੇਰਾ ਹੀ ਦਿੱਤਾ ਹੋਇਆ ਹੈ ਤੇ ਮੇਰਾ ਆਸਰਾ ਵੀ ਸਿਰਫ ਤੂੰ ਹੀ ਹੈ। ਹਾਂਜੀ, तो हैंड्स रेज हो चुके हैं जी, और ले लो जी। ਵਾਹਿਗੁਰੂ ਜੀ ਕਾ ਖਾਲਸਾ खालसा ਵਾਹਿਗੁਰੂ वाहिगुरु ਜੀ जी ਕੀ की ਫਤਿਹ। फतेह। ਇਸ ਸ਼ਲੋਕ ਵਿੱਚ ਅਗਰ ਬਾਕੀ ਸਾਰੀ ਚੀਜ਼ਾਂ ਛੱਡ, ਤਿੰਨ ਚੀਜ਼ਾਂ ਸਾਹਮਣੇ ਉਹਨਾਂ ਨੇ ਸਾਨੂੰ ਕਹੀਆਂ ਨੇ, ਜਿਹਦੇ ਵਿੱਚ ਤਨ, ਮਨ, ਧਨ। ਅਸੀਂ ਆਪਣੇ ਤਨ ਤੇ ਬੜਾ ਮਾਣ ਕਰਦੇ ਹਾਂ ਵੀ ਸਾਨੂੰ ਬੜਾ ਸੋਹਣਾ ਸਰੀਰ ਹੈ ਸਾਡਾ, ਦੁਨੀਆ ਦਾ ਇਸ ਤਰ੍ਹਾਂ, ਕਿਸੇ ਦਾ ਇਸ ਤਰ੍ਹਾਂ ਹੈ, ਕਿਸੇ ਦਾ ਇਸ ਤਰ੍ਹਾਂ ਹੈ, ਜਦ ਕਿ ਉਹ ਤਨ ਸਾਡਾ ਹੈ ਹੀ ਨਹੀਂ, ਦਿੱਤਾ ਵਾਹਿਗੁਰੂ ਨੇ ਹੈ, ਚੰਗਾ ਹੈ, ਕਮਜ਼ੋਰ ਹੈ, ਵਧੀਆ ਹੈ, ਸੋਹਣਾ ਹੈ, ਤਾਂ ਉਹ ਕੋਈ ਸਾਡਾ ਨਹੀਂ ਹੈਗਾ। ਮਨ ਦੇ ਅਗਰ ਵਿਕਾਰ ਨੇ ਤਾਂ ਵੀ ਸਾਡੇ ਨਹੀਂ, ਮਨ ਦੇ ਵਿੱਚ ਅਗਰ ਚੰਗੇ ਵਿਚਾਰ ਨੇ ਉਹ ਵੀ ਸਾਡੇ ਨਹੀਂ, ਉਹ ਵੀ ਵਾਹਿਗੁਰੂ ਦੀ ਕਿਰਪਾ ਹੈ, ਤਾਂ ਹੀ ਉਹਦੇ ਮਨ ਚੰਗੇ ਨੇ ਸਾਡੇ, ਤਾਂ ਹੀ ਉਹਨੇ ਵਿਚਾਰ ਸਾਨੂੰ ਚੰਗੇ ਦਿੱਤੇ ਨੇ, ਅਸੀਂ ਇਹ ਵਡਿਆਈ ਵਿਚਾਰ ਕਰਨ ਜੋਗੇ ਹੈਗੇ ਹਾਂ। ਉਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਧਨ, ਮੈਂ ਕਮਾ ਲਿਆ, ਮੈਂ ਮਿਹਨਤ ਕੀਤੀ, ਮੇਰੇ ਬੱਚੇ, ਮੇਰੇ ਕੋਲ ਇੰਨਾ ਧਨ ਇਕੱਠਾ ਹੋਇਆ, ਉਹਦੇ ਵਿੱਚ ਵੀ ਸਾਡਾ ਕੋਈ ਆਪਣਾ ਜ਼ੋਰ ਨਹੀਂ ਹੈਗਾ। ਅਗਰ ਰੱਬ ਨਾ ਚਾਹਵੇ ਤੇ ਸਾਡੀ ਸਾਰੀ ਮਿਹਨਤ 1 ਮਿੰਟ 'ਚ ਇੱਕ ਪਾਸੇ ਕਰ ਦਿੰਦਾ ਹੈ, ਤੇ ਜਦੋਂ ਚਾਹੁੰਦਾ ਹੈ ਤੇ 1 ਮਿੰਟ 'ਚ ਬਿਨਾਂ ਕੁਛ ਕੀਤੇ ਸਾਰਾ ਕੁਝ ਦੇ ਦਿੰਦਾ ਹੈ। ਸੋ ਇਹ ਮਤਲਬ ਅਸੀਂ ਬਾਕੀ ਸਾਰੀ ਚੀਜ਼ਾਂ ਦੀ ਗੱਲ ਹੀ ਛੱਡ ਦਈਏ, ਤਿੰਨ ਚੀਜ਼ਾਂ ਜਿਹਦੇ ਤੇ ਅਸੀਂ ਬਹੁਤ ਜ਼ਿਆਦਾ ਮਾਣ ਕਰਦੇ ਹਾਂ ਆਪਣੇ ਅੰਦਰ, ਇਹ ਤਿੰਨੋਂ ਵੀ ਸਾਡੀਆਂ ਇਹਦੇ ਵਿੱਚੋਂ ਕੋਈ ਖੂਬੀ ਨਹੀਂ ਹੈਗੀ। ਅਗਰ ਸਾਡੀ ਮਿਹਨਤ, ਸਾਡੀ ਹਿੰਮਤ, ਸਾਡੇ ਹੌਸਲੇ ਜਾਂ ਸਾਡੀ ਸਿਆਣਪ ਨਾਲ ਰੁਪਈਆ ਕਮਾਇਆ ਜਾਂਦਾ, ਧਨ ਕਮਾਇਆ ਜਾਂਦਾ, ਜਿਹੜੇ ਬੜੇ ਵੱਡੇ ਵੱਡੇ ਸਿਆਣੇ ਸੀਏ, ਵਕੀਲ ਤੇ ਅਨਪੜ੍ਹਾਂ ਕੋਲ ਨੌਕਰੀ ਕਰਦੇ ਨੇ, ਤੇ ਅਨਪੜ੍ਹ ਜਿਹੜੇ ਕੁਝ ਵੀ ਨਹੀਂ, ਉਹ ਕਰੋੜਾਂ ਰੁਪਈਏ ਕਮਾਉਂਦੇ ਨੇ। ਸੋ ਮੈਨੂੰ ਇਹਨਾਂ ਤੋਂ ਇਹ ਲੱਗ ਰਿਹਾ ਕਿ ਵਾਹਿਗੁਰੂ ਮਿਹਰ ਕਰੇ ਸਾਨੂੰ ਆਪਣੇ ਅੰਦਰ ਇਸ ਚੀਜ਼ ਦੀ ਸੋਝੀ ਆ ਜਾਵੇ ਕਿ ਅਸੀਂ ਇਹ ਸਮਝ ਪਾਈਏ ਕਿ ਸਾਡੇ ਸਰੀਰ ਤਾਂ ਮਤਲਬ ਬਾਕੀ ਚੀਜ਼ਾਂ ਤੋਂ ਛੱਡ ਦਿਓ, ਸਾਰੀਆਂ ਹੀ ਕੀ ਹੋਣੀ, ਜਿਹੜੀਆਂ ਅਸੀਂ ਬੜਾ ਮਾਣ ਕਰਦੇ ਹਾਂ ਉਹ ਵੀ ਸਾਡੀਆਂ ਨਹੀਂ ਹੈਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੰਕਲ ਨੇ ਬੜਾ ਹੀ ਸਾਨੂੰ ਸੋਹਣਾ ਸਮਝਾਇਆ ਤੇ ਇਹ ਵਾਲੀਆਂ 3 ਚੀਜ਼ਾਂ ਤੇ ਫੋਕਸ ਕੀਤਾ ਹੈ ਕਿ ਸਾਡਾ ਤਨ, ਮਨ ਤੇ ਧਨ। ਹਾਂਜੀ, ਇੱਕ ਹੋਰ ਹੈਂਡ ਰੇਜ਼ ਸੀਗਾ ਜੀ ਵਰਿੰਦਰਜੀਤ ਕੌਰ ਜੀ ਦਾ, ਉਹਨਾਂ ਨੂੰ ਸਕਰੀਨ ਤੇ ਲਿਆਓ ਜੀ। ਹਾਂਜੀ ਆਂਟੀ ਜੀ। ਆਂਟੀ ਜੀ ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ ਹੈ ਜੀ। ਜੀ ਵਾਹਿਗੁਰੂ ਜੀ। ਹਾਂਜੀ ਹਾਂਜੀ ਆਂਟੀ, ਹਾਂਜੀ ਮੇਰੇ ਖਿਆਲ ਆਂਟੀ ਜੀ ਦਾ ਕਨੈਕਸ਼ਨ ਸਹੀ ਨਹੀਂ ਹੈ ਜੀ। ਵੀਰ ਜੀ ਜਸਪ੍ਰੀਤ ਕੌਰ ਜੀ ਦਾ ਹੈਂਡ ਰੇਜ਼ ਹੈ, ਉਹ ਲੈ ਲਓ ਜੀ। ਵਾਹਿਗੁਰੂ ਜੀ, ਜਸਪ੍ਰੀਤ ਕੌਰ ਜੀ ਦਾ ਹੈਂਡ ਰੇਜ਼ ਹੈ ਜੀ ਵੀਰ ਜੀ, ਉਹ ਲੈ ਲਓ ਜੀ ਪਲੀਜ਼। ਉਹ ਆਪਣੀ ਵੀਡੀਓ ਤੇ ਆਡੀਓ ਔਨ ਨਹੀਂ ਕਰ ਰਹੇ ਜੀ, ਪਲੀਜ਼ ਉਹਨਾਂ ਨੂੰ ਇੱਕ ਵਾਰ ਰਿਕੁਐਸਟ ਕਰ ਦਿਓ। ਅੱਛਾ, ਹਾਂਜੀ ਜਸਪ੍ਰੀਤ ਕੌਰ ਜੀ, ਤੁਸੀਂ ਆਪਣੀ ਵੀਡੀਓ ਤੇ ਆਡੀਓ ਪਲੀਜ਼ ਔਨ ਕਰ ਲਵੋ ਜੀ। ਚਲੋ ਜਿੰਨੀ ਦੇਰ ਤੱਕ ਉਹ ਸਾਡੇ ਨਾਲ ਦੁਬਾਰਾ ਜੁੜਦੇ ਨੇ, ਜੇ ਹੋਰ ਕੋਈ ਸੰਗਤ ਵਿੱਚੋਂ ਇਸ ਲੋਕ ਦੇ ਰਿਗਾਰਡਿੰਗ ਆਪਣੇ ਕੁਝ ਵਿਊਜ਼ ਸ਼ੇਅਰ ਕਰਨਾ ਚਾਹੇ ਤਾਂ ਉਹ ਆਪਣਾ ਹੈਂਡ ਰੇਜ਼ ਕਰ ਸਕਦੇ ਨੇ ਜੀ।
हाँ जी, अमरजीत आंटी जी का हैंड रेज हो गया जी, ले लो जी उन्होंने प्लीज। ਵਾਹਿਗੁਰੂ ਜੀ ਕਾ ਖਾਲਸਾ हाँ वाहिगुरु ਵਾਹਿਗੁਰੂ ਜੀ ਕੀ फतेह। ਫਤਿਹ। ਹਾਂਜੀ, ਬੜੀ ਅੱਛੀ ਵਿਚਾਰ ਚੱਲ ਰਹੀ ਹੈ। ਵਾਹਿਗੁਰੂ ਨੇ ਸਾਨੂੰ ਸਰੀਰ ਦਿੱਤਾ ਹੈ, ਇਹ ਸਰੀਰਾ ਮੇਰਿਆ ਇਸ ਜਗ में आए के क्या तुद कर्म कमाया। ਸਾਨੂੰ ਐਨਾਲਾਈਜ਼ ਕਰਨਾ ਚਾਹੀਦਾ ਹੈ, ਇਸ ਗੱਲ ਤੇ ਚੈੱਕ ਕਰਨਾ ਚਾਹੀਦਾ ਕਿ ਅਸੀਂ ਇਸ ਸਰੀਰ ਰਾਹੀਂ ਕਿਹੜੇ ਕਰਮ ਕੀਤੇ ਹੈ, ਹਨਾ, ਕਿੰਨੇ ਗੁਣ ਕਮਾਏ ਹੈ, ਕਿੰਨੇ ਸਾਡੇ ਅਵਗੁਣ ਘਟੇ ਹੈ, ਹਨਾ, ਕਿੰਨੇ ਸਾਡੇ ਅਸੀਂ ਅਵਗੁਣ ਕੀਤੇ ਹੈ, ਅਸੀਂ ਕੀ ਕਰਦੇ ਪਏ ਹਾਂ, ਇਸ ਸਰੀਰ ਤੋਂ ਅਸੀਂ ਕਿਹੜੇ ਕੰਮ ਲੈਂਦੇ ਪਏ ਹਾਂ, ਹਨਾ, ਅਸੀਂ ਕਿਹੜੇ ਕੰਮ ਲੈਂਦੇ ਪਏ ਹਾਂ ਜਿਹਦੇ ਕਰਕੇ ਪ੍ਰਮਾਤਮਾ ਦੀ ਨੇੜਤਾ ਵੀ ਮਿਲਦੀ ਹੈ, ਪ੍ਰਮਾਤਮਾ ਦੀ ਖੁਸ਼ੀ ਵੀ ਮਿਲਦੀ ਹੈ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਏ। ਜਿਹੜੇ ਹਰੀ ਨੇ ਸਾਰਾ ਕੁਝ ਦਿੱਤਾ ਹੈ, ਸਾਰੀਆਂ ਸਾਨੀਆਂ ਅੱਖਾਂ ਦਿੱਤੀਆਂ, ਸੋਹਣੀ ਸ਼ਕਲ ਦਿੱਤੀ ਹੈ, ਸੋਹਣਾ ਸਰੀਰ ਦਿੱਤਾ ਹੈ, ਤੇ ਜੇ ਇਹਦੇ ਚੋਂ ਕੁਝ ਵੀ ਨਾ ਹੁੰਦਾ ਤਾਂ ਫਿਰ ਕੀ ਹੁੰਦਾ? ਇਹ ਸਭ ਵਾਹਿਗੁਰੂ ਦਾ ਦਿੱਤਾ ਹੋਇਆ ਹੈ, ਸਾਡਾ ਤਾਂ ਕੁਝ ਵੀ ਨਹੀਂ ਹੈ ਇਸ ਵਿੱਚ। ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਹਨਾ। ਅਸੀਂ ਵਾਹਿਗੁਰੂ ਦਾ ਲੱਖ ਲੱਖ ਸ਼ੁਕਰਾਨੇ ਕਰੀਏ, ਸਾਨੂੰ ਵਾਹਿਗੁਰੂ ਨੇ ਸੋਹਣਾ ਸਰੀਰ ਦਿੱਤਾ ਹੈ। ਮਨ ਕਰਕੇ ਅਸੀਂ ਕਿੰਨੇ ਵਾਹਿਗੁਰੂ ਜੀ ਨੂੰ ਉਲਾਂਭੇ ਦਿੰਦੇ ਰਹਿੰਦੇ ਆ ਹਰ ਵੇਲੇ, ਹਨਾ। ਅੱਜ ਇਹ ਨਹੀਂ ਹੋਇਆ ਤੇ ਤਾਂ ਉਲਾਂਭਾ ਦੇਣਾ ਸ਼ੁਰੂ ਕਰ ਦਿੰਦੇ ਆ। ਕੋਈ ਜਿਵੇਂ ਇੱਕ ਕਹਿੰਦੇ ਨਾ ਨਮਾਜ਼ ਪੜਨ ਜਾ ਰਿਹਾ ਸੀ, ਉਹ ਖੁਦਾ ਨੂੰ ਉਲਾਂਭੇ ਦਿੰਦਾ ਜਾਂਦਾ ਰਸਤੇ ਵਿੱਚ ਕਿ ਮੈਂ ਪੈਰੋਂ ਨੰਗਾ ਪੈਰ ਖੁਦਾ ਦੀ ਨਮਾਜ਼ ਪੜਨ ਜਾ ਰਿਹਾ, ਮੈਂ ਕਿੰਨਾ ਨਾਮ ਜਪਦਾ, ਫਿਰ ਵੀ ਮੈਂ ਨੰਗੇ ਪੈਰ, ਮੈਨੂੰ ਜੁੱਤੀ ਨਹੀਂ ਦਿੱਤੀ। ਅੱਗੇ ਜਾਂਦਾ ਉਹ ਰਸਤੇ ਵਿੱਚ ਉਹਨੂੰ ਇੱਕ ਬਿਲਕੁਲ ਘਿਸਟ ਕੇ ਚੱਲ ਰਿਹਾ ਹੁੰਦਾ ਜਿਹੜਾ ਉਹ ਆਦਮੀ ਦਿਖਾਈ ਦਿੰਦਾ। ਕਿੰਨੇ ਸ਼ੁਕਰਾਨੇ ਉਸਦੇ ਮੂੰਹ ਚੋਂ ਨਿਕਲਦੇ ਆ ਉਸ ਤੋਂ ਬਾਅਦ। ਤੇ ਇਹ ਸਾਨੂੰ, ਇਹ ਸਾਡੇ ਅੰਦਰ ਬਿਰਤੀ ਆਣੀ ਚਾਹੀਦੀ ਹੈ। ਜਦੋਂ ਅਸੀਂ ਆਪਣੇ ਤੋਂ ਨੀਵੇਂ ਵੱਲ ਨੂੰ ਕਿਸੇ ਨੂੰ ਦੇਖਦੇ ਆ ਨਾ, ਤੇ ਸਾਨੂੰ ਨਾ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਕਿੰਨੇ ਵਾਹਿਗੁਰੂ ਦਾ ਕਿੰਨਾ ਸ਼ੁਕਰ ਹੈ, ਵਾਹਿਗੁਰੂ ਨੇ ਸਾਨੂੰ ਪੂਰਨ ਸਰੀਰ ਦਿੱਤਾ ਹੈ, ਹਨਾ, ਪੂਰਨ ਅਸੀਂ ਧੰਨ ਕਰਕੇ ਮਨ ਕਰਕੇ ਸਾਨੂੰ ਕਿੰਨਾ ਸੋਹਣਾ ਮਨ ਦਿੱਤਾ। ਅਸੀਂ ਆਪਣੇ ਮਨ ਨੂੰ ਅਸੀਂ ਆਪਣੇ ਮਨ ਨੂੰ ਅਗਰ ਡਾਇਰੈਕਸ਼ਨ ਅੱਛੀ ਦਿਸ਼ਾ ਵੱਲ ਦਾਂਗੇ, ਪਰਮਾਤਮਾ ਦੇ ਨਾਮ ਵੱਲ ਦੀ ਦਾਂਗੇ, ਤੇ ਸਾਡਾ ਮਨ ਜਿਹੜਾ ਨਾ ਉਹ ਉੱਚੀ ਅਵਸਥਾ ਜਾਏਗਾ। ਅਸੀਂ ਪ੍ਰਮਾਤਮਾ ਦਾ ਨਾਮ ਜਪਾਂਗੇ ਤੇ ਸਾਡਾ ਮਨ ਜਿਹੜਾ ਨਾ ਉਹ ਸੋਹਣਾ ਬਣੇਗਾ। ਧੰਨ ਕਰਕੇ ਜਿਵੇਂ ਸਾਨੂੰ ਵਾਹਿਗੁਰੂ ਜੀ ਨੇ ਕਿੰਨਾ ਕੁਝ ਦਿੱਤਾ, ਅਸੀਂ ਰਹਿਣ ਲਈ ਛੱਤ ਦਿੱਤੀ ਹੈ, ਸਾਰਾ ਕੁਝ ਦਿੱਤਾ। ਅਸੀਂ ਜਦੋਂ ਕਹਿੰਦੇ ਨਾ, ਉਹ ਵਾਹਿਗੁਰੂ ਜੀ ਕਹਿੰਦੇ, ਅੱਗੇ ਵੀ ਇਹ ਜ਼ਿਕਰ ਕੀਤਾ ਸੀ ਕਿ ਅਸੀਂ ਘਰ ਦੀ ਬੈਲ ਮਾਰਦੇ ਹਾਂ ਤੇ ਅਸੀਂ ਵਾਹਿਗੁਰੂ ਜੀ ਦਾ ਸ਼ੁਕਰ ਕਰੀਏ ਕਿ ਸਾਨੂੰ ਵਾਹਿਗੁਰੂ ਜੀ ਨੇ ਰਹਿਣ ਵਾਸਤੇ ਛੱਤ ਦਿੱਤੀ ਹੈ। ਨਹੀਂ ਤਾਂ ਉਹ ਵੀ ਤਾਂ ਲੋਕ ਹੈ ਜਿਹੜੇ ਸੜਕਾਂ ਤੇ ਰਹਿੰਦੇ ਪਏ ਨੇ ਨਾ, ਹਨਾ। ਸੋ ਇਸ ਕਰਕੇ ਤਨ ਮਨ ਧਨ ਜਿਹੜਾ ਸਾਰਾ ਉਸ ਵਾਹਿਗੁਰੂ ਨੇ ਦਿੱਤਾ ਨਾ, ਹਰ ਵੇਲੇ ਅਸੀਂ ਉਸ ਵਾਹਿਗੁਰੂ ਦੇ ਸ਼ੁਕਰਾਨੇ ਕਰੀਏ ਕਿ ਵਾਹਿਗੁਰੂ ਨੇ ਸਾਨੂੰ ਸਭ ਕੁਝ ਦਿੱਤਾ ਹੈ। ਇਹ ਤਨ ਮਨ ਧਨ ਸਭ ਉਸ ਦਾ ਹੈ। ਤੇ ਇਸ ਕਰਕੇ ਅਸੀਂ ਵਾਹਿਗੁਰੂ ਨੂੰ ਕਿਉਂ ਨਾ ਜਪੀਏ, ਵਾਹਿਗੁਰੂ ਦੀ ਖਾਤਰ ਵਾਹਿਗੁਰੂ ਨੂੰ ਕਿਉਂ ਨਾ ਜਪੀਏ ਅਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਂਟੀ ਜੀ ਨੇ ਬੜੀ ਹੀ ਸੋਹਣੀ ਵਿਚਾਰ ਦਿੱਤੀ ਹੈ ਜੀ। ਹਾਂਜੀ, ਏਕਮਨੂਰ ਸਿੰਘ ਜੀ ਨੇ ਲਿਖਿਆ ਜੀ, ਕਾਊਂਟ ਯੋਰ ਬਲੇਸਿੰਗਸ, ਕਿ ਅਸੀਂ ਹਰ ਵੇਲੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਕਿ ਜੋ ਉਹਨੇ ਸਾਨੂੰ ਬਖਸ਼ਿਆ ਹੈ, ਅਸੀਂ ਉਹਦਾ ਹਰ ਵੇਲੇ ਸ਼ੁਕਰਾਨਾ ਕਰਨਾ ਹੈ। ਤੇ ਮਤਲਬ ਜਿਵੇਂ ਬੜੀ ਵਾਰੀ ਏਦਾਂ ਹੁੰਦਾ ਕਿ ਸਾਨੂੰ ਇਹ ਹੁੰਦਾ ਕਿ ਅਸੀਂ ਨਾ ਕੰਪਲੇਨ ਕਰਦੇ ਹਾਂ, ਸਾਨੂੰ ਇਹ ਨਹੀਂ ਮਿਲਿਆ, ਇਹ ਨਹੀਂ ਮਿਲਿਆ, ਇਹ ਵੀ ਚਾਹੀਦਾ ਸੀ। ਤਾਂ ਅਸੀਂ ਹਰ ਵੇਲੇ ਉਸ ਪਰਮਾਤਮਾ ਦਾ ਸ਼ੁਕਰਾਨਾ ਹੀ ਕਰਨਾ ਹੈ ਕਿ ਪਰਮਾਤਮਾ ਤੋਂ ਜੋ ਸਾਨੂੰ ਦਿੱਤਾ ਹੈ ਤੇ ਅਸੀਂ ਉਹਦੇ ਵਿੱਚ ਸੈਟਿਸਫਾਈਡ ਵੀ ਰਹਿਣਾ ਹੈ। ਹਾਂਜੀ, ਜਸਪ੍ਰੀਤ ਕੌਰ ਜੀ ਦਾ ਹੈਂਡ ਰੇਜ਼ ਹੈ ਜੀ, ਉਹ ਲੈ ਲਓ ਜੀ। ਹਾਂਜੀ, ਜਸਪ੍ਰੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਕੀ ਫਤਿਹ। ਫਤਿਹ ਜੀ। ਹਾਂਜੀ, ਵਾਹਿਗੁਰੂ ਜੀ, ਤੁਹਾਡੀ ਆਵਾਜ਼ ਨਹੀਂ ਆਡੀਬਲ ਹੈ ਜੀ।
ਜਸਪ੍ਰੀਤ ਕੌਰ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ ਜੀ। ਸੋ ਜੋ ਹਾਂਜੀ, ਸੋ ਜਿੰਨੀ ਦੇਰ ਤੱਕ ਉਹ ਸਾਡੇ ਨਾਲ ਇੱਕ ਵਾਰ ਦੁਬਾਰਾ ਜੁੜਦੇ ਨੇ ਜੀ, ਉਦੋਂ ਤੱਕ ਅਸੀਂ ਅਗਲੇ ਸ਼ਲੋਕ ਦੀ ਵੀ ਇੱਕ ਵਾਰ ਵਿਚਾਰ ਕਰ ਲੈਂਦੇ ਹਾਂ ਜੀ। ਸੋ ਆਂਟੀ ਜੀ ਨੂੰ ਬੇਨਤੀ ਹੈ ਕਿ ਉਹ ਇੱਕ ਵਾਰੀ ਅਗਲਾ ਸ਼ਲੋਕ ਵੀ ਪੜ੍ਹ ਦੇਣ ਜੀ। ਵਾਹਿਗੁਰੂ ਕਬੀਰ ਤੂੰ ਤੂੰ ਕਰਤਾ ਤੂ ਹੁਆ, मुझ में रहा न हूँ। जब आपा पर का मिट गया, जत देखो तत तू। कबीर तू तू करता तू हुआ, मुझ में रहा न हूँ। जब आपा पर का मिट गया, जत देखो तत तू। ਤੂੰ ਤੂੰ ਕਰਤਾ ਭਾ ਤੂੰ ਤੂੰ ਆਖਦਾ, हे ਪ੍ਰਭੂ ਤੇਰਾ ਜਾਪ ਕਰਦਿਆਂ ਹਰ ਵੇਲੇ ਤੈਨੂੰ ਸਿਮਰਦਿਆਂ। ਤੂੰ ਹੁਆ ਮੈਂ ਤੇਰਾ ਹੀ ਰੂਪ ਹੋ ਗਿਆ ਹਾਂ, ਮੈਂ ਤੇਰੇ ਵਿੱਚ ਹੀ ਲੀਨ ਹੋ ਗਿਆ ਹਾਂ। ਹੂੰ ਇਹ ਖਿਆਲ ਕਿ ਮੈਂ ਹਾਂ, ਮੈਂ ਦਾ ਸੁਭਾਓ, ਆਪਣੀ ਵਡਿਆਈ ਦੀ ਚਾਹ। ਆਪਾ ਪਰ ਕਾ ਆਪਣੇ ਪਰਾਏ ਵਾਲਾ ਵਿਤਕਰਾ, ਜਤ ਜਿੱਧਰ ਦੇਖੋ ਭਾਵ ਮੈਂ ਵੇਖਦਾ ਹਾਂ, ਤਤ ਯਾਨੀ ਕਿ ਉਧਰ। ਤੂੰ हे ਪ੍ਰਭੂ ਤੂੰ ਹੀ ਦਿਸ ਰਿਹਾ ਹੈ। हे ਕਬੀਰ ਪ੍ਰਭੂ ਦੇ ਦਰ ਤੇ ਇਉਂ ਆਖ, हे ਪ੍ਰਭੂ ਤੇਰੀ ਮਿਹਰ ਨਾਲ ਹਰ ਵੇਲੇ ਤੇਰਾ ਸਿਮਰਨ ਕਰਦਿਆਂ ਮੈਂ ਤੇਰੇ ਵਿੱਚ ਹੀ ਲੀਨ ਹੋ ਗਿਆ ਹਾਂ। ਮੇਰੇ ਅੰਦਰ ਮੈਂ ਦਾ ਖਿਆਲ ਰਹਿ ਹੀ ਨਹੀਂ ਗਿਆ। ਤੇਰਾ ਸਿਮਰਨ ਕਰਦਿਆਂ ਹੁਣ ਜਦੋਂ ਮੇਰੇ ਅੰਦਰੋਂ ਆਪਣੇ ਪਰਾਏ ਵਾਲਾ ਵਿਤਕਰਾ ਮਿਟ ਗਿਆ ਹੈ, ਦੋਏ ਮਿਟ ਗਈ ਹੈ, ਮੈਂ ਜਿੱਧਰ ਵੇਖਦਾ ਹਾਂ ਮੈਨੂੰ ਹਰ ਥਾਂ ਤੂੰ ਹੀ ਦਿਸ ਰਿਹਾ ਹੈ। ਵਾਹਿਗੁਰੂ ਜੀਓ। तो आंटी जी आप जी अपने विचार भी जरूर शेयर करो जी। ਵਾਹਿਗੁਰੂ ਜੀਓ। ਵਾਹਿਗੁਰੂ ਜੀ। ਧੰਨ ਗੁਰੂ ਨਾਨਕ। ਜਦ ਆਪਾ ਭਾਵ ਮਿਟ ਜਾਂਦਾ ਹੈ, ਤੂੰ ਤੂੰ ਕਰਦਾ ਕਬੀਰ ਤੂੰ ਹੀ ਹੋ ਗਿਆ ਹੈ। ਕਬੀਰ ਜੀ ਕਹਿੰਦੇ ਨੇ ਮੇਰੇ ਵਿੱਚ ਹੁਣ ਅੰਗਤਾ ਨਹੀਂ ਰਹੀ। ਜਦ ਆਪਣਾ ਬਿਗਾਨਾ ਮਿਟ ਗਿਆ ਤਾਂ ਜਿੱਥੇ ਦੇਖਦਾ ਹਾਂ ਉੱਥੇ ਤੂੰ ਹੀ ਤੂੰ ਹੈ, ਉੱਥੇ ਮੈਨੂੰ ਤੂੰ ਹੀ ਤੂੰ ਨਜ਼ਰ ਆਉਂਦਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ नहीं कोई। सूत एक मन सत सहंस, जैसे ओत पोत प्रभ सोई। जब आपा भाव मिट जाता है सारे गोबिंद ही गोबिंद दृष्ट आउंदा है। एक है सूत परोए मणिए, गाठी भिन भिन तणिए। ब्रह्म दिसै ब्रह्म सुनिए, एक एक वखाणिए। आत्म पसारा करण हारा, प्रभ बिना नहीं जानिए। इस श्लोक विच भगत कबीर जी आखदे हन, मैं संसियां विच सब नूं देख के ਇਹ इलाज कीता है कि हंकार दा त्याग करां, अपना आप मारां,
ਅਰ ਤੈਨੂੰ ਸਿਮਰਾਂ ਆਪਣਾ ਮਾਰ ਕੇ। ਭਾਵ ਮੈਂ ਕਹਿਣਾ ਛੱਡ ਕੇ ਪੂਰਨ ਭਗਤ ਸਮਾਨ ਤੂੰ ਕਹਿਣਾ ਆਰੰਭ ਕਰ ਦਿਆਂ। ਤੂੰ ਕਹਿੰਦੇ ਤੂੰ ਹੀ ਹੋ ਗਿਆ। ਮੇਰਾ ਆਪਾ ਤੇ ਅਹੰਤਾ ਦੂਰ ਹੋ ਗਈ। ਹੁਣ ਕੇਵਲ ਤੂੰ ਹੀ ਦ੍ਰਿਸ਼ਟੀ ਆਉਂਦਾ ਹੈ। ਮੇਰੇ ਵਿੱਚ ਮੈਂ ਪੁਨਾ ਕੁਝ ਨਹੀਂ ਰਿਹਾ। ਜਦ ਆਪਣਾ ਤੇ ਪਰਾਇਆ ਮਿਟ ਗਿਆ ਤਦ ਫਿਰ ਤੇਰੇ ਬਿਨਾ ਕੋਈ ਨਾ ਰਿਹਾ। ਜਿੱਥੇ ਕੇਵਲ ਤੂੰ ਰਹਿ ਗਿਆ ਉੱਥੇ ਕੋਈ ਸੰਸਾ ਵੀ ਨਹੀਂ ਰਿਹਾ। ਵਾਹਿਗੁਰੂ ਜੀਓ। ਵਾਹ ਜੀ ਵਾਹ। ਸੋ ਆਂਟੀ ਜੀ ਨੇ ਇਸ ਸ਼ਲੋਕ ਵਿੱਚ ਸਾਨੂੰ ਬੜੇ ਹੀ ਪਿਆਰੇ ਤਰੀਕੇ ਨਾਲ ਸਾਨੂੰ ਸਮਝਾਇਆ ਹੈ ਕਿ ਇਸ ਵਿੱਚ ਵੀ ਕਬੀਰ ਜੀ ਕੀ ਕਹਿ ਰਹੇ ਨੇ, ਕਿ ਇਸ ਵਿੱਚ ਵੀ ਕਬੀਰ ਜੀ ਸਾਨੂੰ ਕੀ ਸਮਝਾ ਰਹੇ ਨੇ। ਸੋ ਸੰਗਤ ਜੀ, ਜੇ ਅਸੀਂ ਦੇਖੀਏ ਤਾਂ ਉਸ ਪਰਮਾਤਮਾ ਦਾ ਨਾਮ ਕਿੰਨਾ ਵਿਸ਼ਾਲ ਹੈ, ਉਹ ਕਿੰਨਾ ਮਹਾਨ ਹੈ ਕਿ ਉਸ ਪਰਮਾਤਮਾ ਦਾ ਨਾਮ ਸਿਮਰਦਿਆਂ ਸਾਡੇ ਅੰਦਰੋਂ ਜਿਹੜੀ ਮੈਂ ਹੁੰਦੀ ਹੈ, ਉਹ ਜਿਹੜੀ ਹਉਮੈ ਦਾ ਖਿਆਲ ਹੁੰਦਾ ਉਹ ਵੀ ਮਿਟ ਜਾਂਦਾ ਹੈ ਤੇ ਵਿਤਕਰਾ ਵੀ ਮਿਟ ਜਾਂਦਾ ਹੈ ਤੇ ਅਸੀਂ ਵਿਕਾਰਾਂ ਤੋਂ ਮੁਕਤ ਵੀ ਹੋ ਸਕਦੇ ਹਾਂ। ਬਟ ਇਹ ਸਾਰੀ ਚੀਜ਼ ਲਈ ਸਾਨੂੰ ਉਸ ਪਰਮਾਤਮਾ ਨਾਲ ਜੁੜਨਾ ਪਏਗਾ, ਉਸ ਪਰਮਾਤਮਾ ਦੀ ਬੰਦਗੀ ਕਰਨੀ ਪਏਗੀ, ਉਸ ਪਰਮਾਤਮਾ ਦਾ ਸਿਮਰਨ ਕਰਨਾ ਪਏਗਾ, ਉਸ ਗੁਰੂ ਦੀ ਸੰਗਤ ਕਰਨੀ ਪਏਗੀ। ਤੇ ਮੈਨੂੰ ਲੱਗਦਾ ਹੈ ਇਸ ਨਾਲ ਜਦੋਂ ਉਹ ਪਰਮਾਤਮਾ ਸਾਡੇ ਮਨ ਦੇ ਵਿੱਚ ਵਸ ਜਾਏਗਾ ਤਾਂ ਅਲਟੀਮੇਟਲੀ ਸਾਡੇ ਵਿੱਚੋਂ ਹਉਮੈ ਵੀ ਚਲੀ ਜਾਏਗੀ ਤੇ ਜਿਹੜਾ ਵਿਤਕਰਾ ਹੈ ਉਹ ਵੀ ਸਾਡੇ ਵਿੱਚੋਂ ਖਤਮ ਹੋ ਜਾਏਗਾ। ਤੇ ਇੱਕ ਬੜਾ ਹੀ ਸੋਹਣਾ ਫਰਮਾਨ ਆਂਦਾ ਹੈ ਜੀ, ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ। ਕਿ ਦੂਸਰਿਆਂ ਨੂੰ ਦੇਖ ਕੇ ਜਿਹੜੀ ਸੜਨ ਹੁੰਦੀ ਸੀ ਉਹ ਵੀ ਹੁਣ ਮਿਟ ਗਈ ਹੈ। ਉਹ ਤਾਂ ਮਿਟੀ ਹੈ ਜਦੋਂ ਦੀ ਮੈਂ ਗੁਰੂ ਦੀ ਸੰਗਤ ਕਰਨੀ ਸ਼ੁਰੂ ਕੀਤੀ ਹੈ। ਤਾਂ ਜਿਵੇਂ ਅਸੀਂ ਪਹਿਲਾਂ ਵੀ ਪੜ੍ਹਿਆ ਕਿ ਅਸੀਂ ਸਾਧ ਸੰਗਤ ਕਰਨੀ ਹੈ, ਅਸੀਂ ਗੁਰੂ ਦੀ ਸੰਗਤ ਕਰਨੀ ਹੈ। ਹਾਂਜੀ, 2 ਹੈਂਡਸ ਰੇਜ਼ ਨੇ ਜੀ, ਉਹ ਲੈ ਲਓ ਜੀ। ਵੀਰ ਜੀ ਵਰਿੰਦਰਜੀਤ ਕੌਰ ਆਂਟੀ ਦਾ ਹੈਂਡ ਰੇਜ਼ ਹੈ, ਉਹ ਲੈ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਹੈ ਜੀ। कबीर तू करता तू हुआ, मुझ में रहा न हूँ। जब आपा परता मिट गया, जद देखो तत तू। ਕਬੀਰ ਜੀ ਕਹਿੰਦੇ ਹਨ ਕਿ ਪਰਮਾਤਮਾ ਮੈਂ ਤੂੰ ਤੇਰਾ ਸਿਮਰਨ ਕਰ। ਮੇਰੇ ਖਿਆਲ ਵਰਿੰਦਰ ਆਂਟੀ ਜੀ ਦਾ ਫਿਰ ਦੁਬਾਰਾ ਤੋਂ ਕਨੈਕਸ਼ਨ ਚਲਾ ਗਿਆ ਹੈ ਜੀ। ਵਾਹਿਗੁਰੂ ਜੀ, ਆਪਣੇ ਆਪ ਨੂੰ ਅਨਮਿਊਟ ਕਰੋ ਜੀ। ਵਾਹਿਗੁਰੂ ਜੀ। ਹਾਂਜੀ ਆਂਟੀ ਜੀ। ਹਾਂਜੀ, ਜਦ ਮੇਰਾ ਆਪਣੇ ਪਰਾਏ ਵਾਲਾ ਭਾਵ ਮਿਟ ਗਿਆ ਤਾਂ ਫਿਰ ਜਿੱਥੇ ਵੇਖਦਾ ਹਾਂ ਉੱਥੇ ਤੂੰ ਹੀ ਹੁੰਦਾ ਹੈ, ਮੈਂ ਨਹੀਂ। ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਚੱਜੀ ਬਾਣੀ ਵਿੱਚ ਫਰਮਾਨ ਹੈ, ਜਾਤੂ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜਿਓ, ਤੁਧ ਅੰਤਰ ਹੋ ਸੁਖ ਵਸਾਂ ਤੂੰ ਅੰਤਰ ਸ਼ਾਬਾਸ਼ ਜਿਓ। ਇਸ ਫਰਮਾਨ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਜਦੋਂ ਤੂੰ ਮੇਰੇ ਵੱਲ ਹੁੰਦਾ ਹੈ ਤਦ ਹਰੇਕ ਜੀਵ ਮੈਨੂੰ ਆਦਰ ਦਿੰਦਾ ਹੈ। ਤੂੰ ਹੀ ਮੇਰਾ ਮਾਲਕ ਹੈ, ਤੂੰ ਹੀ ਮੇਰਾ ਸ਼ਰਮਾਇਆ ਹੈ। ਜਦੋਂ ਮੈਂ ਤੈਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੀ ਹਾਂ ਤਦ ਮੈਂ ਸੁਖੀ ਵਸਦੀ ਹਾਂ। ਜਦੋਂ ਤੂੰ ਮੇਰੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਤਦ ਮੈਂ ਸ਼ੋਭਾ ਮਿਲਦੀ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਵੀ ਫਰਮਾਨ ਹੈ, ਜਦ ਤੂੰ ਅੰਦਰ ਤਾਂ ਸੁਖ ਹੈ ਤਾਂ ਮਾਣੀ ਮਾਣੀਆਂ। ਗੁਰੂ ਜੀ ਕਹਿੰਦੇ ਹਨ ਕਿ ਜਦੋਂ ਤੂੰ ਮੇਰੇ ਹਿਰਦੇ ਘਰ ਵਿੱਚ ਵਸਦਾ ਹੈ ਤਦ ਹੀ ਮੈਂ ਸੁਖੀ ਹੁੰਦੀ ਹਾਂ। ਮੈਂ ਨਿਮਾਣੀ ਦਾ ਤੂੰ ਹੀ ਮਾਣ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਹੋਰ ਫਰਮਾਨ ਹੈ, ਹੋ ਮੈਂ ਵਿੱਚੋਂ ਖੋਵੈ, ਦੂਜਾ ਮੇਟੈ ਏਕੋ ਹੋਵੇ। ਜੋ ਮਨੁੱਖ ਗੁਰੂ ਦੇ ਸਨਮੁਖ ਹੈ
ਉਹ ਮਨ ਵਿੱਚੋਂ ਖੁਦਗਰਜ਼ੀ ਦੂਰ ਕਰਦਾ ਹੈ, ਵਿਤਕਰਾ ਹਟਾ ਦਿੰਦਾ ਹੈ, ਸਭਨਾ ਸਾਂਝ ਬਣਾਉਂਦਾ ਹੈ। ਸੋ ਇਹ ਸ਼ਲੋਕ ਤੋਂ ਆਪਾਂ ਨੂੰ ਇਹੀ ਕਲੀਅਰ ਹੁੰਦਾ ਹੈ ਕਿ ਆਪਾਂ ਨੂੰ ਆਪਣੇ ਮਨ ਵਿੱਚੋਂ ਮੈਂ ਹਉਮੈ ਦੀ ਭਾਵਨਾ ਦੂਰ ਕਰਨੀ ਚਾਹੀਦੀ ਹੈ, ਸਤ ਸੰਗਤ ਵਿੱਚ ਜੁੜਨਾ ਚਾਹੀਦਾ ਹੈ ਤਾਂ ਕਿ ਇਹ ਭਾਵਨਾ ਦੂਰ ਹੁੰਦੀ ਰਵੇ ਤੇ ਆਪਣੀ ਸਾਂਝ ਸਤ ਸੰਗਤ ਵਿੱਚ ਬੰਦੀ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੋ ਆਂਟੀ ਜੀ ਨੇ ਸਾਨੂੰ ਜੋ ਸਾਨੂੰ ਮੀਨਿੰਗ ਸਮਝਾਇਆ ਉਹ ਤਾਂ ਇਹੀ ਸੀਗਾ, ਜੋ ਸਾਡੇ ਟੇਕ ਅਵੇ ਸੀਗੇ ਕਿ ਅਸੀਂ ਸਾਧ ਸੰਗਤ ਕਰੀਏ, ਕਿ ਅਸੀਂ ਵਧੀਆ ਸੰਗਤ ਕਰੀਏ, ਅਸੀਂ ਉਸ ਪਰਮਾਤਮਾ ਦਾ ਸਿਮਰਨ ਕਰਦੇ ਰਹਿਣਾ। ਹਾਂਜੀ ਜਸਪ੍ਰੀਤ ਕੌਰ ਜੀ ਦਾ ਵੀਰ ਜੀ, ਜਸਪ੍ਰੀਤ ਕੌਰ ਜੀ ਦਾ ਹੈਂਡ ਦੁਬਾਰਾ ਤੋਂ ਰੇਸ ਸੀ, ਇੱਕ ਵਾਰੀ ਟਰਾਈ ਕਰ ਲਓ ਜੇ ਉਹ ਹੁੰਦਾ ਹੈ। ਉਹ ਫਿਰ ਤੋਂ ਡਿਸਕਨੈਕਟ ਹੋ ਗਏ ਨੇ ਜੀ। ਅੱਛਾ ਜੀ, ਠੀਕ ਹੈ ਜੀ। ਸੋ ਜੇ ਸੰਗਤ ਵਿੱਚੋਂ ਹੋਰ ਕੋਈ ਜੋ ਆਪਣੇ ਵਿਚਾਰ ਸਾਂਝੇ ਕਰਨਾ ਚਾਹੇ ਤਾਂ ਉਹ ਪਲੀਜ਼ ਆਪਣਾ ਹੈਂਡ ਰੇਸ ਕਰ ਸਕਦੇ ਨੇ ਜੀ। ਹਾਂਜੀ ਅਮਰਜੀਤ ਆਂਟੀ ਜੀ ਦਾ ਹੈਂਡ ਰੇਸ ਹੈ ਜੀ, ਉਹ ਲੈ ਲਓ। ਵਾਹਿਗੁਰੂ ਜੀ, ਹਾਂਜੀ ਆਂਟੀ ਜੀ, ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ ਆ ਰਹੀ ਹੈ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਹਾਂਜੀ, ਇਸ ਸ਼ਲੋਕ ਦੇ ਪਠਾਏ ਕੁਝ ਕਹਿਣਾ ਚਾਹਾਂਗੀ। ਵਾਹਿਗੁਰੂ ਜੀ ਨੇ ਜੋ ਸਿਰ ਤੇ ਹੱਥ ਰੱਖ ਕੇ ਸੇਵਾ ਲੈਣ, ਵਾਹਿਗੁਰੂ ਜੀ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਹਿੰਦੇ ਜਿੱਥੇ ਪ੍ਰੇਮ ਹੈ ਨਾ ਉੱਥੇ ਮੈਂ ਦਾ ਵਜੂਦ ਰਹਿੰਦਾ ਹੀ ਨਹੀਂ। ਪ੍ਰੇਮ ਜਿਹੜਾ ਨਾ ਉਹ ਸਮਰਪਿਤ ਹੋਣਾ ਸਿਖਾਉਂਦਾ ਹੈ ਨਾ, ਆਪਾ ਭਾਵ ਗਵਾਉਣਾ ਸਿਖਾਉਂਦਾ ਹੈ। ਜਦੋਂ ਤੱਕ ਅਸੀਂ ਆਪਣੇ ਹਿਸਾਬ ਨਾਲ ਤੁਰਦੇ ਹਾਂ, ਆਪਣੇ ਖਾਤੇ ਹੀ ਸੋਚਦੇ ਹਾਂ, ਤੇ ਅਸੀਂ ਹਲੇ ਪ੍ਰੇਮ ਵਾਲੀ ਪੌੜੀ ਤੇ ਚੜ੍ਹੀ ਨਹੀਂ, ਹਨਾ। ਜਦੋਂ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਹੋ ਜਾਏ ਨਾ, ਫਿਰ ਅਸੀਂ ਆਪਣੇ ਲਈ ਨਹੀਂ ਤੇ ਗੁਰੂ ਲਈ ਜੀਆਂਗੇ, ਹਨਾ। ਆਪਣੀ ਮਨ ਮਰਜ਼ੀ ਅਸੀਂ ਹਰ ਵੇਲੇ ਕਰਦੇ ਹਾਂ, ਹਰ ਵੇਲੇ ਆਪਣੀ ਮਨ ਮਰਜ਼ੀ ਕਰਦੇ ਹਾਂ। ਅਸੀਂ ਮਨ ਕਰਦੇ ਹਾਂ ਇਹ ਕਰਨਾ, ਇਹ ਕਰਨਾ, ਅਸੀਂ ਇਹ ਖਾਣਾ। ਕਈ ਜਿਵੇਂ ਕਹਿੰਦੇ ਆ ਮਨ ਕਰਦਾ ਅਸੀਂ ਮਾਸ ਖਾਣਾ, ਅਸੀਂ ਇਹ ਕਰਨਾ, ਅਸੀਂ ਇਹ ਕਰਨਾ, ਬਿਨਾਂ ਸੋਚੇ ਸਮਝੇ ਕਿ ਮੇਰੇ ਸਤਿਗੁਰੂ ਜੀ ਨੂੰ ਚੰਗਾ ਲੱਗਦਾ ਹੈ ਕਿ ਨਹੀਂ ਲੱਗਦਾ। ਵਿਚਾਰ ਹੀ ਨਹੀਂ ਕਰਦੇ ਅਸੀਂ, ਹਨਾ। ਵਿਚਾਰ ਤਾਂ ਉਹ ਕਰੇਗਾ ਜਿਸ ਨੂੰ ਗੁਰੂ ਦੀ ਪਰਵਾਹ ਹੈ। ਫਿਰ ਗੁਰੂ ਜੀ ਦੀ ਖੁਸ਼ੀ ਖਾਤਰ ਅਸੀਂ ਬੰਦਾ ਨਾ ਉਹ ਕੰਮ ਕਰੇਗਾ ਹੀ ਨਹੀਂ ਜਿਹੜੇ ਗੁਰੂ ਜੀ ਨੂੰ, ਜਿਹਦੇ ਵਿੱਚ ਗੁਰੂ ਜੀ ਦੀ ਖੁਸ਼ੀ ਨਾ ਹੋਵੇ। ਗੁਰੂ ਜੀ ਦੇ ਨਾਲ ਪ੍ਰੇਮ ਹੈ ਤੇ ਅਸੀਂ ਸਾਰੇ ਕੰਮ ਉਹਨਾਂ ਦੇ ਹਿਸਾਬ ਨਾਲ ਕਰਾਂਗੇ ਜੋ ਸਾਨੂੰ ਗੁਰੂ ਜੀ ਨੇ ਕਿਹਾ ਹੈ। ਗੁਰੂ ਜੀ ਨੇ ਅੰਮ੍ਰਿਤ ਵੇਲੇ ਜਾਗਣਾ, ਅੰਮ੍ਰਿਤ ਵੇਲੇ ਜਾਗਣਾ ਗੁਰੂ ਜੀ ਦੀ ਕਿਰਪਾ ਹੈ। ਗੁਰੂ ਜੀ ਦੇ ਨਾਲ ਪ੍ਰੇਮ ਹੈ ਤੇ ਅਸੀਂ ਜਾਗੇ ਹੋਏ ਆ ਨਾ। ਜੇ ਗੁਰੂ ਜੀ ਦੇ ਨਾਲ ਪ੍ਰੇਮ ਹੈ ਸਾਡਾ ਤੇ ਅਸੀਂ ਜਾਗੇ ਹੋਏ ਆ। ਬਾਬਾ ਨਾਨਕ ਸਿੰਘ ਜੀ ਕਹਿੰਦੇ ਸੀ, ਜਾਗਿਆ ਨਹੀਂ ਜਾਂਦਾ ਕਿ ਜਾਗਣਾ ਹੀ ਨਹੀਂ ਚਾਹੁੰਦੇ, ਹਨਾ। ਜੇ ਜਾਗਿਆ ਨਹੀਂ ਜਾਂਦਾ ਫਿਰ ਤਾਂ, ਜੇ ਜਾਗਿਆ ਨਹੀਂ ਜਾਂਦਾ ਫਿਰ ਤਾਂ ਹੱਲ ਹੈ ਕਿ ਤੁਸੀਂ ਪਾਠ ਕਰਕੇ, ਅਰਦਾਸ ਕਰਕੇ, ਉਦਮ ਕਰਕੇ ਵੀ ਮੈਂ ਜਾਗਣਾ ਹੀ ਜਾਗਣਾ ਹੈ, ਵਾਹਿਗੁਰੂ ਜੀ ਮੇਰੇ ਤੇ ਬਖਸ਼ਿਸ਼ ਕਰੋ, ਹਨਾ। ਤੇ ਜੇ ਤੁਸੀਂ ਜਾਗਣਾ ਹੀ ਨਹੀਂ ਚਾਹੁੰਦੇ ਫਿਰ ਤਾਂ ਕੋਈ ਹੱਲ ਹੀ ਨਹੀਂ ਹੈ। ਫਿਰ ਤਾਂ ਕੋਈ ਆ ਕੇ ਤੁਹਾਨੂੰ ਉਠਾ ਹੀ ਨਹੀਂ ਸਕਦਾ। ਜੇ ਮਨ ਚਾਹੁੰਦਾ ਹੋਏਗਾ ਨਾ ਮੈਂ ਅੰਮ੍ਰਿਤ ਵੇਲੇ ਜਾਗਣਾ, ਫਿਰ ਤਾਂ ਰਾਤੀ ਤੁਹਾਡੇ ਉੱਠ ਕੇ ਅਸੀਂ ਟਾਈਮ ਵੇਖਾਂਗੇ ਵੀ ਅਸੀਂ ਜਾਗਣਾ ਹੀ ਜਾਗਣਾ। ਅਸੀਂ ਐਫਰਟਸ ਹੀ ਨਹੀਂ ਕਰਦੇ। ਸਾਨੂੰ ਭੁੱਖ ਲੱਗੀ ਹੁੰਦੀ ਹੈ, ਅਸੀਂ ਫਟਾਫਟ ਜਾ ਕੇ ਕੁਝ ਬਣਾਉਂਦੇ ਹਾਂ, ਅਸੀਂ ਪੇਟ ਭਰਨ ਵਾਸਤੇ ਕੁਛ ਨਾ ਕੁਛ ਖਾਂਦੇ ਹਾਂ, ਅਸੀਂ ਉਦਮ ਕਰਦੇ ਹਾਂ ਨਾ। ਤੇ ਅਸੀਂ ਉਦਮ ਕਰੀਏ, ਅਸੀਂ ਅੰਮ੍ਰਿਤ ਵੇਲੇ ਜਾਗੀਏ। ਤੇ ਜੇ ਉੱਠਿਆ ਨਹੀਂ ਜਾਂਦਾ ਤੇ ਉਸ ਦੇ ਲਈ ਉਪਰਾਲੇ ਕਰੀਏ ਕਿ ਅਸੀਂ ਨੇਮ ਕਰੀਏ, ਕੋਈ ਪਾਠ ਕਰੀਏ, ਕੋਈ ਜਪਜੀ ਸਾਹਿਬ ਦੇ ਪਾਠ ਕਰੀਏ, ਕੋਈ ਨਿਤਨੇਮ ਦੇ ਪਾਠ ਕਰੀਏ, ਕੋਈ ਪਾਠ ਕਰੀਏ ਕਿ ਸਾਨੂੰ ਸਵੇਰੇ ਵਾਹਿਗੁਰੂ ਜੀ ਸਾਨੂੰ ਸਵੇਰੇ ਉਠਾਇਆ ਕਰਨ ਅੰਮ੍ਰਿਤ ਵੇਲੇ। ਜੇ ਪ੍ਰੇਮ ਹੋਵੇ ਨਾ ਤੇ ਡੈਡੀਕੇਸ਼ਨ ਵੀ ਹੋਣੀ ਚਾਹੀਦੀ ਹੈ। ਜੋ ਗੁਰ ਕਹੇ ਸੋਈ ਭਲ ਮਾਨੋ, ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਕਹਿੰਦੇ ਵਾਹਿਗੁਰੂ ਜੀ ਕਹਿੰਦੇ ਇੱਕ ਕਰਵਤ ਭਲਾ ਨਾ ਕਰਵਟ ਤੇਰੀ। ਕਰਵਤ ਮਤਲਬ ਵੀ ਭਲਾ, ਵਾਹਿਗੁਰੂ ਜੀ ਭਲਾ ਕਰਦੇ ਆ, ਤੇਰੀ ਪਿੱਠ ਨਾ ਹੋਵੇ। ਵਾਹਿਗੁਰੂ ਜੀ ਤੁਸੀਂ ਭਲਾ ਕਰਨਾ, ਤੁਹਾਡੀ ਪਿੱਠ ਨਾ ਕਦੀ ਵੀ ਸਾਡੇ ਵੱਲ ਹੋਵੇ, ਹਨਾ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਸ, ਲੋੜ ਪੈਣ ਤੇ ਸਾਨੂੰ ਨਹੀਂ ਜਪਣਾ ਚਾਹੀਦਾ। ਸਾਨੂੰ ਵਾਹਿਗੁਰੂ ਜੀ ਦੀ ਖਾਤਰ ਹਰ ਵੇਲੇ ਵਾਹਿਗੁਰੂ ਜੀ ਨੂੰ ਜਪਣਾ ਚਾਹੀਦਾ ਹੈ। ਇਹ ਨਹੀਂ ਕਿ ਜਦੋਂ ਸਾਡਾ ਕਾਰਜ ਸਿਰੇ ਚੜ ਗਏ
ਤੇ ਅਸੀਂ ਜਪਣਾ ਬੰਦ ਕਰ ਦਈਏ। ਜਦੋਂ ਸਾਡੇ ਕਾਰਜ ਸਵਰ ਜਾਣ, ਅਸੀਂ ਆਨੰਦ ਵਿੱਚ ਆ, ਖੇੜੇ ਵਿੱਚ ਆ, ਤੇ ਸਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਹਰ ਵੇਲੇ ਲੈਣੀਆਂ ਚਾਹੀਦੀਆਂ। ਵਾਹਿਗੁਰੂ ਨੂੰ ਹਰ ਵੇਲੇ, ਉਸ ਪਰਮਾਤਮਾ ਨੂੰ ਸਾਡਾ ਸ਼ੁਕਰ ਕਰਕੇ ਜਪਣਾ ਚਾਹੀਦਾ ਸਾਨੂੰ, ਕਿ ਸਾਨੂੰ ਵਾਹਿਗੁਰੂ ਜੀ ਨੇ ਇੰਨੀਆਂ ਦਾਤਾਂ ਦਿੱਤੀਆਂ, ਦਾਤਾਂ ਦੇਣ ਦੇ ਬਾਵਜੂਦ ਅਸੀਂ ਉਸ ਵਾਹਿਗੁਰੂ ਨੂੰ ਨਹੀਂ ਜਪਦੇ। ਤੇ ਇਸ ਗੱਲ ਦੇ ਹਰ ਵੇਲੇ ਸਾਨੂੰ ਉਦਮ ਤੇ ਸ਼ੁਕਰਾਨੇ ਕਰਨੇ ਚਾਹੀਦੇ ਆ, ਵਾਹਿਗੁਰੂ ਜੀ ਨੂੰ ਜਪਣ ਵਾਸਤੇ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਨੂੰ ਅੰਮ੍ਰਿਤ ਵੇਲੇ ਉਠਾਣ ਤੇ ਅਸੀਂ ਵਾਹਿਗੁਰੂ ਦਾ ਨਾਮ ਜਪੀਏ। ਅਸੀਂ ਉਹ ਕੰਮ ਨਾ ਕਰੀਏ ਜਿਹੜੇ ਵਾਹਿਗੁਰੂ ਜੀ ਨੂੰ ਨਾ ਚੰਗੇ ਲੱਗਦੇ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਆਂਟੀ ਜੀ ਨੇ ਸਾਨੂੰ ਬੜੀ ਹੀ ਪਿਆਰੀ ਵਿਚਾਰ ਦਿੱਤੀ ਹੈ ਜੀ, ਐਜ਼ ਯੂਜੂਅਲ, ਜਿਵੇਂ ਉਹ ਹਰ ਰੋਜ਼ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਨੇ। ਸੋ ਇਹਦੇ ਵਿੱਚ ਜਿਹੜੀ ਮੇਨ ਚੀਜ਼ ਸੀ ਉਹ ਇਹ ਸੀ ਕਿ ਅਸੀਂ ਉਸ ਪਰਮਾਤਮਾ ਨਾਲ ਪ੍ਰੇਮ ਕਰਨਾ ਹੈ, ਕਿ ਅਸੀਂ ਉਸ ਪਰਮਾਤਮਾ ਨਾਲ ਆਪਣਾ ਪਿਆਰ ਪਾਣਾ ਹੈ, ਤੇ ਜੇ ਅਸੀਂ ਜੀਣਾ ਹੈ ਅਸੀਂ ਉਸ ਪਰਮਾਤਮਾ ਲਈ ਜੀਣਾ ਹੈ। ਹਾਂਜੀ, ਜੇ ਕੋਈ ਆਪਣੇ ਵਿਚਾਰ ਸਾਂਝੇ ਕਰਨਾ ਚਾਹੇ ਤਾਂ ਆਪਣਾ ਹੈਂਡ ਰੇਜ਼ ਕਰ ਸਕਦੇ ਨੇ ਜੀ, ਨਹੀਂ ਤਾਂ ਅਸੀਂ ਸਮਾਪਤੀ ਵੱਲ ਵਧਦੇ ਹਾਂ ਜੀ। ਸੋ ਮੈਂ ਹਰਮੀਤ ਆਂਟੀ ਜੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਅੱਜ ਦੀ ਵਿਚਾਰ ਦੇ ਉੱਪਰ ਆਪਣੇ ਕੁਝ ਫਾਈਨਲ ਰਿਮਾਰਕਸ ਦੇਣ ਜੀ। ਵਾਹਿਗੁਰੂ ਵਾਹਿਗੁਰੂ ਜੀਓ। सारी संगत ने बहुत ही प्यारे और अमोलक विचार संगत नाल सांझे किते हैं जियो। उस तो बाद ते कुछ कहण नूं रह ही नहीं गया जी, पर गुरु महाराज ने रहम किता ते मस्कीन जी दी कही हुई गल चेते आ गई कि एक फकीर तुरिया जांदा सी, रब दा प्यारा तुरिया जांदा सी, ते उन्हां नूं एक बंदे नाल मेल होया जो कि बहुत गिले शिकवे कर रहा सी रब दे नाल। पाटे हुए कपड़े पाए हुए सन, उसने बाल बिखरे हुए सन, सुक्का शरीर सी उसदा। ते ਉਹ ਫਕੀਰ ਨੇ ਵੇਖਿਆ ਕਿ ਇਹ ਬੜੇ ਸ਼ਿਕਵੇ ਕਰਦਾ ਪਿਆ ਦੇ ਦੁਹਾਈਆਂ ਪਾ ਰਿਹਾ ਕਿ ਰੱਬਾ ਤੂੰ ਮੈਨੂੰ ਕੀ ਦਿੱਤਾ, ਮੇਰੇ ਸਿਰ ਤੇ ਛੱਤ ਵੀ ਨਹੀਂ ਹੈ, ਮੈਨੂੰ ਪਾਉਣ ਵਾਸਤੇ ਕੱਪੜਾ ਨਹੀਂ ਹੈ, ਖਾਣ ਨੂੰ ਇੱਕ ਟੁੱਕਰ ਵੀ ਨਹੀਂ ਹੈਗਾ, ਮੇਰਾ ਕੋਈ ਸੰਗੀ ਸਾਥੀ ਨਹੀਂ ਹੈ, ਤੂੰ ਮੈਨੂੰ ਕੀ ਦਿੱਤਾ ਹੈ, ਤੂੰ ਕੈਸਾ ਹੈ ਰੱਬਾ। ਕਹਿਣ ਦਾ ਮਤਲਬ ਕਿ ਉਹ ਜੋ ਵੀ ਉਹਦੇ ਦਿਲ ਵਿੱਚ ਆ ਰਿਹਾ ਸੀ ਉਹ ਖੂਬ ਸ਼ਿਕਵੇ ਸ਼ਿਕਾਇਤਾਂ ਨਾਲ ਭਰਿਆ ਹੋਇਆ ਉਹ ਉਸ ਹਾਲਤ ਵਿੱਚ ਬੈਠਾ ਸੀ। ਇਸ ਫਕੀਰ ਨੂੰ ਦਇਆ ਆਈ ਉਹਦੇ ਉੱਤੇ ਤੇ ਉਹਦੇ ਪਾਸ ਚਲੇ ਗਏ। ਉਹਨਾਂ ਨੇ ਉਸਨੂੰ ਪੁੱਛਿਆ ਕਿ ਹੇ ਬੰਦਿਆ, ਤੂੰ ਕੀ ਸ਼ਿਕਵੇ ਸ਼ਿਕਾਇਤਾਂ ਕਿਉਂ ਕਰ ਰਿਹਾ ਹੈ? ਉਸ ਬੰਦੇ ਨੇ ਆਪਣੀ ਉਹੀ ਗੱਲਾਂ ਮੁੜ ਕੇ ਦੁਹਰਾਈਆਂ ਜੋ ਰੱਬ ਨਾਲ ਸ਼ਿਕਵੇ ਕਰ ਰਿਹਾ ਸੀ। ਉਹੀ ਉਹਨਾਂ ਨੇ ਫਕੀਰ ਹੋ ਗਏ ਕਿ ਇਸ ਕਰਕੇ ਮੈਂ ਸ਼ਿਕਵੇ ਸ਼ਿਕਾਇਤ ਕਰ ਰਿਹਾ, ਦੇਖੋ ਜਾਇਜ਼ ਹੈ ਨਾ। ਉਸ ਫਕੀਰ ਨੇ ਕਿਹਾ ਕਿ ਅੱਛਾ ਤੂੰ ਏਦਾਂ ਕਰ, ਮੈਂ ਤੈਨੂੰ 10,000 ਰੁਪਇਆ ਦਿਆਂਗਾ, 20,000 ਰੁਪਇਆ ਦੇਂਗਾ, ਤੂੰ ਮੈਨੂੰ ਆਪਣੀ ਇੱਕ ਅੱਖ ਦੇ ਦੇ। ਉਹ ਬੰਦਾ ਥੋੜਾ ਜਿਹਾ ਸੱਤੇ ਵਿੱਚ ਆ ਗਿਆ। ਇੱਕ ਮਿੰਟ ਲਈ ਉਹਨੇ ਸੋਚਿਆ, ਉਹਨੇ ਕਿਹਾ ਹੈ ਅੱਖ ਦੇ ਦਿਆਂ ਤੁਹਾਨੂੰ, 10,000 ਰੁਪਏ ਦਿਓਗੇ, 20,000 ਦਿਓ? ਕਹਿੰਦਾ ਹਾਂ, ਇਹਦੇ ਨਾਲ ਤੂੰ ਘਰ ਪਾ ਲੇਗਾ, ਤੈਨੂੰ ਰੋਟੀ ਖਾਣ ਨੂੰ ਮਿਲ ਜਾਏਗੀ, ਤੇਰੇ ਕੋਲ ਚੰਗੇ ਕੱਪੜੇ ਆ ਜਾਣਗੇ। ਉਹਨੇ ਕਿਹਾ ਨਹੀਂ ਨਹੀਂ ਐਵੇਂ ਨਾ ਕਰੋ, ਅੱਖ ਕਿੱਦਾਂ ਮੈਂ ਤੁਹਾਨੂੰ ਦੇ ਦਿਆਂ? ਅੱਛਾ ਅੱਖ ਨਹੀਂ ਦੇ ਸਕਦਾ, ਚੱਲ ਮੈਂ ਤੈਨੂੰ ਹੋਰ ਵਾਧੂ ਪੈਸਾ ਦੇਵਾਂਗਾ, ਤੁਹਾਨੂੰ ਹੋਰ ਦੇਵਾਂਗਾ, ਤੂੰ ਮੈਨੂੰ ਲੱਤ ਆਪਣੀ ਇੱਕ ਦੇ ਦੇ। ਕਹਿੰਦਾ ਜਾਓ ਜਾਓ ਕੰਮ ਕਰੋ, ਲੱਤ ਕਿੱਥੋਂ ਦੇ ਦਿਆਂ ਤੁਹਾਨੂੰ? ਲੱਤ ਤੁਹਾਨੂੰ ਦੇ ਦਾਂਗੇ, ਮੈਂ ਤੁਰਾਂਗਾ ਕਿੱਦਾਂ? ਮੇਰੀ ਤੇ ਹਾਲਤ ਹੋਰ ਵੀ ਖਰਾਬ ਹੋ ਜਾਏਗੀ। ਤੇ ਇਦਾਂ ਫਕੀਰ ਨੇ ਉਹਨੂੰ ਸਮਝਾਇਆ, ਉਸ ਰੱਬ ਦੇ ਬੰਦੇ ਨੇ ਉਸ ਬੰਦੇ ਨੂੰ ਸਮਝਾਇਆ ਜੋ ਸ਼ਿਕਵੇ ਸ਼ਿਕਾਇਤਾਂ ਕਰ ਰਿਹਾ ਸੀ ਕਿ ਤੈਨੂੰ ਜਾਪਦਾ ਤੇਰੇ ਕੋਲ ਕੁਝ ਵੀ ਨਹੀਂ ਹੈ, ਫਿਰ ਵੀ ਰੱਬ ਨੇ ਤੈਨੂੰ ਕਿੰਨਾ ਕੁਝ ਦਿੱਤਾ ਹੈ। ਤੈਨੂੰ ਉਹ ਜ਼ੁਬਾਨ ਦਿੱਤੀ ਹੈ ਜਿਹਦੇ ਨਾਲ ਤੂੰ ਉਹਦਾ ਸ਼ੁਕਰਾਨਾ ਕਰ ਸਕਦਾ ਹੈ, ਸ਼ਿਕਵੇ ਸ਼ਿਕਾਇਤਾਂ ਕਰਨ ਦੀ ਬਜਾਏ। ਇਹ ਅੱਖਾਂ ਦਿੱਤੀਆਂ ਨੇ ਜਿਹਦੇ ਨਾਲ ਤੂੰ ਉਹਦੇ ਪੈਦਾ ਕੀਤੀ ਹੋਈ ਕੁਦਰਤ, ਉਹਦੇ ਪੈਦਾ ਕੀਤੀ ਹੋਈ ਕਈ ਕਿਸਮ ਦੇ ਜੀਵ ਜੰਤ ਔਰ ਸਭ ਨੂੰ ਤੂੰ ਵੇਖ ਸਕਦਾ ਹੈ। ਤੈਨੂੰ ਇੰਨਾ ਕੁਝ ਦਿੱਤਾ ਹੈ, ਸਰੀਰ ਦਿੱਤਾ ਹੈ ਜਿਹੜਾ, ਇਹ ਸਰੀਰ ਹੀ ਨੇਮਤ ਹੈ ਉਸਦੀ।
ਤੇ ਇਹ ਉਹਦਾ ਸ਼ੁਕਰ ਕਰਨਾ ਸਿੱਖੀਏ। ਤੇ ਫਿਰ ਜਦ ਸ਼ੁਕਰ ਕਰਾਂਗੇ ਫਿਰ ਧਿਆਨ ਆਵੇਗਾ ਕਿ ਭਈ ਮੇਰਾ ਤੇ ਵਾਕਈ ਕੁਝ ਨਹੀਂ ਹੈਗਾ, ਇਹ ਸਭ ਕੁਝ ਉਸ ਵਾਹਿਗੁਰੂ ਦਾ ਹੀ ਹੈਗਾ। ਤੇ ਜਦ ਇਸ ਅਹਿਸਾਸ ਵਿੱਚ ਜੀਣ ਦਾ ਯਤਨ ਕਰਾਂਗੇ ਗੁਰੂ ਆਸਰੇ, ਫਿਰ ਕਦੇ ਸ਼ਾਇਦ ਉਹ ਸਟੇਜ ਆ ਜਾਵੇ, ਗੁਰੂ ਜਾਣੇ ਕਿੰਨੇ ਜਨਮਾਂ ਬਾਅਦ ਆਏਗੀ, ਕਦੋਂ ਆਵੇਗੀ, ਪਰ ਫਿਰ ਉਹ ਸਟੇਜ ਆਏਗੀ ਕਿ ਤੂੰ ਤੂੰ ਕਰਤਾ ਤੂੰ ਹੁਆ। ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਪਹਿਲੇ ਕਹਿ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ। ਫਿਰ ਸਤਿਗੁਰੂ ਕਹਿੰਦੇ ਨੇ ਫਿਰ ਇਹ ਸਟੇਜ ਆਏਗੀ ਕਿ ਸਾਨੂੰ ਪ੍ਰਤੀਤ ਹੋਣਾ ਸ਼ੁਰੂ ਹੋ ਜਾਏਗਾ ਕਿ ਈਘੈ ਨਿਰਗੁਣ ਊਘੈ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ। ਨਗਰ ਮਹਿ ਆ ਬਾਹਰ ਫੁਨ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ। ਆਪੇ ਹੀ ਰਾਜਨ ਆਪੇ ਹੀ ਰਾਇਆ ਕਹਿ ठाकुर कह चेरा। काको दुराओ कास्यों बलवंचा जैन जैन पेखो तैं तैं नेरा। साध मूरत गुर भेटियो नानक मिल सागर बूंद नहीं अनहेरा। फुल चुक दिखे मजियो। ਸੋ ਆਂਟੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਕਿ ਉਹਨਾਂ ਨੇ ਸਾਡੇ ਨਾਲ ਆਪਣੇ ਅਨਮੋਲ ਵਿਚਾਰ ਸਾਂਝੇ ਕੀਤੇ। ਵੀਰ ਜੀ ਉਰਵਿੰਦਰ ਅੰਕਲ ਜੀ ਦਾ ਹੈਂਡ ਰੇਸ ਸੀਗਾ, ਜੇ ਉਹ ਹੈਗੇ ਨੇ ਤਾਂ ਉਹਨਾਂ ਨੂੰ ਵੀ ਸਕਰੀਨ ਤੇ ਲਿਆਓ ਜੀ। ਵਾਹ ਜੀ, ਹਰਮੀਤ ਭੈਣ ਜੀ ਨੇ ਬਹੁਤ ਪਿਆਰੀ ਗੱਲਾਂ ਕੀਤੀਆਂ ਨੇ ਜੀ। ਉਹਨਾਂ ਨੇ ਬਿਲਕੁਲ ਸਾਰਾ ਜਿਹੜੇ ਦੋਨੋਂ ਸ਼ਲੋਕ ਅੱਜ ਸੀ, ਮੇਰਾ ਮੁਝ में कुछ नहीं ਜਾਂ ਤੂੰ ਤੂੰ ਕਰਤਾ, ਦਾ ਦੋਨਾਂ ਦਾ ਭਾਵ ਇੱਕੋ ਹੀ ਹੈ। ਮੈਨੂੰ ਇਹ ਦੋਨੋਂ ਸ਼ਲੋਕ ਸੁਣ ਕੇ ਅੱਜ ਭਾਈ ਕਨ੍ਹਈਆ ਜੀ ਦੀ ਯਾਦ ਆਉਂਦੀ ਹੈ ਜੀ। ਉਹਨਾਂ ਨੇ ਕਿਹਾ ਸੀ, ਉਹਨਾਂ ਕੋਲ ਅੱਖ ਸੀ, ਉਹਨਾਂ ਕੋਲ ਦ੍ਰਿਸ਼ਟੀ ਸੀ ਕਿ ਉਹਨਾਂ ਨੂੰ ਦੁਸ਼ਮਣ ਦੇ ਵਿੱਚ ਵੀ ਜਾਂ ਸਾਰੇ ਮੁਗਲਾਂ ਦੇ ਵਿੱਚ ਵੀ ਸਿੱਖਾਂ ਦੇ ਵਿੱਚ ਵੀ ਪਰਮਾਤਮਾ ਹੀ ਨਜ਼ਰ ਆਉਂਦਾ ਸੀ। ਅੱਜ ਸਾਨੂੰ ਵੀ ਲੋੜ ਹੈ ਸਾਰਿਆਂ ਨੂੰ ਕਿ ਜਿਹੜਾ ਸਾਡਾ ਬੰਦਾ ਨੁਕਸਾਨ ਕਰ ਰਿਹਾ ਨਾ, ਅਸੀਂ ਉਹਦੇ 'ਚ ਵੀ ਕਹੀਏ ਵੀ ਉਹ ਪਰਮਾਤਮਾ ਹੀ ਕਰ ਰਿਹਾ, ਉਹ ਕੋਈ ਹੋਰ ਨਹੀਂ ਕਰ ਰਿਹਾ। ਜਦੋਂ ਸਾਡੇ ਕੋਲ ਇਹ ਵਾਲੀ ਦ੍ਰਿਸ਼ਟੀ ਆ ਜਾਏਗੀ, ਇਹ ਵਾਲੀ ਅੱਖ ਆ ਜਾਏਗੀ ਕਿ ਸਾਡਾ ਨੁਕਸਾਨ ਕਰਨ ਵਾਲਾ, ਸਾਡਾ ਫਾਇਦਾ ਕਰਨ ਵਾਲਾ, ਸਾਨੂੰ ਗੁਰੂ ਤੋਂ ਤੋੜਨ ਵਾਲਾ, ਸਾਨੂੰ ਗੁਰੂ ਨਾਲ ਜੋੜਨ ਵਾਲਾ, ਸਾਨੂੰ ਸਾਰੇ ਕੰਮ ਕਰਨ ਵਾਲਾ ਪਰਮਾਤਮਾ ਹੀ ਹੈ, ਸਾਰੇ ਬੰਦਿਆਂ 'ਚ ਉਹੀ ਵਸ ਰਿਹਾ ਹੈ, ਤਾਂ ਉਸ ਦਿਨ ਅਸੀਂ ਜਾਣਾਂਗੇ ਕਿ ਵਾਕਈ ਮੇਰਾ ਮੁਝ ਮੇਂ ਕੁਛ ਨਹੀਂ ਹੈ, ਤੂੰ ਤੂੰ ਕਰਤਾ ਤੂੰ ਹੁਆ ਵਾਲੀ ਗੱਲ ਸਾਡੇ ਵਿੱਚ ਆ ਗਈ ਹੈ। ਜਿਸ ਦਿਨ ਅਸੀਂ ਸਮੁੰਦਰ ਦੀਆਂ ਲਹਿਰਾਂ ਨੂੰ, ਉਹ ਛੋਟੀ ਜਿਹੀ ਇੱਕ ਬੂੰਦ ਨੂੰ ਵੀ ਸਮੁੰਦਰ ਸਮਝਣਾ ਸ਼ੁਰੂ ਕਰ ਦਿਆਂਗੇ, ਮੈਨੂੰ ਲੱਗਦਾ ਉਸ ਵੇਲੇ ਤੂੰ ਤੂੰ ਕਰਤਾ ਵਾਲੀ ਇਹ ਦ੍ਰਿਸ਼ਟੀ ਸਾਡੇ ਕੋਲ ਆ ਜਾਏਗੀ। ਸਾਨੂੰ ਵੀ ਲੋੜ ਹੈ ਅੱਜ ਕਿ ਭਾਵੇਂ ਸਾਡੀ ਕੌਮ ਦੇ ਬਹੁਤ ਸਾਰੇ ਦੁਸ਼ਮਣ ਪੈਦਾ ਹੋ ਗਏ ਹਨ, ਮੈਨੂੰ ਲੱਗਦਾ ਕਿ ਅਗਰ ਅੱਜ ਵੀ ਸਾਡਾ ਕਰੈਕਟਰ ਉਹੋ ਜਿਹਾ ਹੋਏਗਾ, ਪੁਰਾਤਨ ਸਿੰਘਾਂ ਵਾਲਾ ਹੋਏਗਾ, ਤਾਂ ਮੈਨੂੰ ਲੱਗਦਾ ਕਿ ਸਿੱਖ ਜਿਹੜੀ ਅੱਜ ਕੱਲ ਸਰਜੀਤ ਵੀਰ ਜੀ ਨੇ ਇੱਕ ਬੜੀ ਵਧੀਆ ਛੋਟੀ ਜਿਹੀ ਕਲਿੱਪ ਭੇਜੀ ਸੀ WhatsApp ਤੇ ਕਿ ਹਮੇਸ਼ਾ ਸਮਾਈਲ ਕਰਕੇ, ਵਰਕ ਵਿਦ ਸਮਾਈਲ, ਵਾਕ ਵਿਦ ਸਮਾਈਲ, ਟਾਕ ਵਿਦ ਸਮਾਈਲ, ਅਗਰ ਉਹ ਵਾਲੀ ਕੰਡੀਸ਼ਨ ਸਾਡੇ ਕੋਲ ਆ ਜਾਂਦੀ ਹੈ ਤੇ ਮੈਨੂੰ ਲੱਗਦਾ ਉਹ ਦ੍ਰਿਸ਼ਟੀ ਵੀ ਸਾਡੇ ਕੋਲ ਆ ਜਾਏਗੀ, ਉਹ ਸੁਭਾਅ ਵੀ ਸਾਡੇ ਕੋਲ ਆ ਜਾਏਗਾ, ਉਹ ਕਰੈਕਟਰ ਵੀ ਸਾਡੇ ਕੋਲ ਆ ਜਾਏਗਾ। ਤੇ ਸਿੱਖ ਜਿਹੜਾ ਉਹ ਵਾਕਈ ਜੋ ਗੁਰੂ ਸਾਹਿਬ ਦੇਖਣਾ ਚਾਹੁੰਦੇ ਸੀ ਉਦਾਂ ਦਾ ਹੋ ਜਾਏਗਾ। ਇਹ ਅੱਜ ਦੀ ਡੈਫੀਨੇਸ਼ਨ ਜੋ ਅੱਜ ਸਾਨੂੰ ਕਬੀਰ ਜੀ ਸਮਝਾ ਰਹੇ ਨੇ, ਮੈਨੂੰ ਲੱਗਦਾ ਉਹਦਾ ਸਾਰ ਇਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੰਕਲ ਦਾ ਵੀ ਧੰਨਵਾਦ ਹੈ ਜੀ ਕਿ ਉਹਨਾਂ ਨੇ ਸਾਡੇ ਨਾਲ ਆਪਣੇ ਸੋਹਣੇ ਵਿਚਾਰ ਸ਼ੇਅਰ ਕੀਤੇ ਨੇ। ਤੇ ਹੁਣ ਮੈਂ ਆਂਟੀ ਜੀ ਨੂੰ ਬੇਨਤੀ ਕਰਦੀ ਹਾਂ ਜੀ ਕਿ ਉਹ ਇੱਕ ਵਾਰੀ ਸ਼ਲੋਕ ਅੱਜ ਦੇ ਪੜ੍ਹ ਦੇ। कबीर मेरा मुझ मह किछ नहीं, जो किछ है सो तेरा, तेरा तुझको सौंपते क्या लागे मेरा।
कबीर मेरा मुझ में है किछ नहीं, जो किछ है सो तेरा, तेरा तुझको सौंपते क्या लागे मेरा। कबीर तू तू करता तू हुआ, मुझ में रहा न हूँ। जब आपा पर का मिट गया, जत देखो तत तू। कबीर तू तू करता तू हुआ, मुझ में रहा न हूँ। जब आपा पर का मिट गया, जत देखो तत तू। वाहिगुरु जी का खालसा खालसा वाहिगुरु जी की फतेह।